ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸ੍ਰੀ ਰਾਗ ਦੀ ਵਾਰ ਦੀ ਵਿਚਾਰ ਆਰੰਭ ਕੀਤੀ ਹੈ ਔਰ ਸ੍ਰੀ ਰਾਗ ਦੀ ਵਿਚਾਰ ਕਰਕੇ ਅਸੀਂ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ 18ਵੀਂ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ ਤੇ ਇਸ ਪੌੜੀ ਦੇ ਨਾਲ ਪਹਿਲਾ ਜੋ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 90 ਤੇ ਅੰਕਿਤ ਹੈ। ਸਤਿਗੁਰ ਕਹਿ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਭਾਣੇ ਦਾ ਮਤਲਬ ਆਗਿਆ ਵਿੱਚ, ਰਜਾ ਵਿੱਚ, ਗੁਰੂ ਗਿਆਨ ਮੁਤਾਬਕ ਜ਼ਿੰਦਗੀ। ਜੋ ਮਨੁੱਖ ਸਤਿਗੁਰ ਦੇ ਭਾਣੇ ਵਿੱਚ ਜੀਵਨ ਬਤੀਤ ਕਰਦਾ ਹੈ, ਉਹਦੀ ਭਾਰੀ ਇੱਜ਼ਤ ਹੁੰਦੀ ਹੈ, ਉਹਨੂੰ ਵਡਿਆਈ ਮਿਲਦੀ ਹੈ, ਉਹਨੂੰ ਮਾਣ ਮਿਲਦਾ ਹੈ। ਤਾਂ ਜੇ ਅਸੀਂ ਮਾਣ, ਆਦਰ ਔਰ ਸਤਿਕਾਰ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਇੱਕ ਹੀ ਨੇਮ ਹੈ ਕਿ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀ ਜਾਏ, ਗਿਆਨ ਗੁਰੂ ਮੁਤਾਬਕ ਜ਼ਿੰਦਗੀ ਜੀਵੀ ਜਾਏ ਔਰ ਜੋ ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ ਉਸ ਨੂੰ ਅਪਣਾਇਆ ਜਾਏ। ਜੋ ਵੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹਨੂੰ ਮਹਾਨ ਵੱਡੀ ਵਡਿਆਈ, ਮਾਨ, ਆਦਰ ਔਰ ਸਤਿਕਾਰ ਮਿਲਦਾ ਹੈ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੇ ਕੋਈ। ਨਾਮ ਉੱਤਮ ਜੋ ਹੁਕਮ ਹੈ, ਰੱਬੀ ਰਜ਼ਾ ਪਾਣਾ ਹੈ, ਉਹ ਉਸ ਤੇ ਮਨ ਦੇ ਅੰਦਰ ਵਸ ਜਾਂਦਾ ਹੈ। ਮਨ ਦੇ ਨੰਨੇ ਨਾਲ ਸਿਹਾਰੀ ਮਨ ਵਿੱਚ ਜੋ ਪ੍ਰਭੂ ਦਾ ਉੱਤਮ ਹੁਕਮ ਹੈ, ਹੁਕਮ ਦੀ ਸੂਝ ਹੈ, ਉਹ ਉਸ ਤੇ ਮਨ ਵਿੱਚ ਵਸ ਜਾਂਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ, ਮੇਟ ਨਾ ਸਕੈ ਕੋਈ, ਤੇ ਉਸ ਦੀ ਵਡਿਆਈ ਨੂੰ ਕੋਈ ਮਿਟਾ ਨਹੀਂ ਸਕਦਾ। ਕਿਉਂਕਿ ਹੁਕਮ ਤੋਂ ਉਲਟ ਇਸ ਦੁਨੀਆ ਦੇ ਅੰਦਰ ਕੁਝ ਵੀ ਨਹੀਂ ਹੁੰਦਾ ਹੈ। ਇਹ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਔਰ ਚੰਗੀ ਤਰ੍ਹਾਂ ਇਹਦੀ ਵਿਚਾਰ ਅਸੀਂ ਕਰ ਚੁੱਕੇ ਹਾਂ ਕਿ ਜੋ ਵੀ ਕੁਦਰਤ ਦੇ ਅੰਦਰ ਹੋ ਰਿਹਾ ਹੈ, ਹੁਕਮ, ਰਜ਼ਾ, ਭਾਣੇ ਜਾਂ ਸਿਸਟਮ ਦੇ ਅੰਦਰ ਹੋ ਰਿਹਾ ਹੈ, ਕੁਦਰਤੀ ਨੇਮਾਂ ਨਿਯਮਾਵਲੀ ਦੇ ਵਿੱਚ ਹੋ ਰਿਹਾ ਹੈ, ਉਹਦੇ ਉਲਟ ਕੁਝ ਵੀ ਕੀਤਾ ਨਹੀਂ ਜਾ ਸਕਦਾ। ਤਾਂ ਜੋ ਰੱਬੀ ਰਜ਼ਾ ਭਾਣੇ ਵਿੱਚ ਚੱਲ ਕੇ ਵਡਿਆਈ ਮਿਲਦੀ ਹੈ, ਮਾਨ ਸਤਿਕਾਰ ਮਿਲਦਾ ਹੈ, ਉਸ ਨੂੰ ਫਿਰ ਕੋਈ ਮਿਟਾ ਨਹੀਂ ਸਕਦਾ। ਭਾਵ ਕਿ ਉਹਨੂੰ ਸੱਚੀ ਵਡਿਆਈ, ਮਾਨ, ਆਦਰ ਔਰ ਸਤਿਕਾਰ ਮਿਲਦਾ ਹੈ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਜਿਸ ਤੇ ਹਰੀ ਆਪਣੀ ਕਿਰਪਾ ਕਰਦਾ ਹੈ, ਤਿਸ ਕਰਮ ਪ੍ਰਾਪਤ ਹੋਏ ਦਾ ਮਤਲਬ ਉਹਨੂੰ ਕਰਮ ਰਾਹੀਂ ਯਾਨੀ ਉਦਮ ਰਾਹੀਂ ਇਹ ਜਿਹੜਾ ਨਾਮ ਹੈ, ਹੁਕਮ ਹੈ, ਪ੍ਰਾਪਤ ਹੋ ਜਾਂਦਾ ਹੈ। ਗੁਣ ਨੇ ਪ੍ਰਭੂ ਦੇ, ਸਿਫਤ ਸਲਾਹ ਹੈ, ਇਹ ਸਾਰਾ ਕਿਵੇਂ ਮਿਲੇਗਾ? ਕਰਮ ਰਾਹੀਂ। ਕਿਉਂਕਿ ਕਰਮ ਤਾਂ ਕਰਨਾ ਪਵੇਗਾ, ਉਦਮ ਤਾਂ ਕਰਨਾ ਹੋਵੇਗਾ। ਕਦੇ ਵੀ ਸੰਸਾਰ ਦੇ ਅੰਦਰ ਮਨੁੱਖ ਐਸੇ ਸਮਾਜ ਦੀ ਸਿਰਜਣਾ ਨਹੀਂ ਕਰ ਪਾਏਗਾ ਜਿੱਥੇ ਕੋਈ ਕੰਮ ਕਰਨ ਤੋਂ ਬਿਨਾਂ ਇਸ ਨੂੰ ਕੋਈ ਪ੍ਰਾਪਤੀ ਹੋ ਜਾਏ। ਕੰਮ ਕਰਨ ਤੋਂ ਬਿਨਾਂ, ਉਦਮ ਕਰਨ ਤੋਂ ਬਿਨਾਂ ਕੋਈ ਵੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤਾਂ ਜਿਸ ਤੇ ਰਹਿਮਤ ਕਰਦਾ ਹੈ ਉਹਨੂੰ ਕਰਮ ਰਾਹੀਂ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਰਹਿਮਤ ਦੇ ਅਸੀਂ ਪਾਤਰ ਬਣਨਾ ਹੈ ਔਰ ਰਹਿਮਤ ਪ੍ਰਾਪਤ ਕਰਨ ਲਈ ਅਸੀਂ ਕਰਮ ਕਰਨਾ ਹੈ। ਜਿਵੇਂ ਇਹ ਚੀਜ਼ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਈ ਵਾਰ ਵਿਚਾਰ ਚੁੱਕੇ ਹਾਂ ਕਿ ਰਹਿਮਤ ਤਾਂ ਚਾਰ ਚੁਫੇਰੇ ਬਰਸ ਰਹੀ ਹੈ, ਸਾਡੇ ਅੰਦਰ ਰੱਬੀ ਗੁਣ ਮੌਜੂਦ ਨੇ, ਚਾਰ ਚੁਫੇਰੇ ਮੌਜੂਦ ਨੇ। ਤਾਂ ਅਸੀਂ ਕਰਮ ਕਰਨਾ ਹੈ, ਭਾਵ ਕਿ ਉਹਨਾਂ ਨੂੰ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਅਸੀਂ ਯੂਜ਼ ਕਰਨਾ ਹੈ, ਉਹਨਾਂ ਨੂੰ ਵਰਤੋਂ ਵਿੱਚ ਲਿਆਉਣਾ ਹੈ। ਤਾਂ ਰੱਬੀ ਰਹਿਮਤ ਕਰਕੇ ਕਰਮ ਰਾਹੀਂ, ਉਦਮ ਰਾਹੀਂ ਇਹ ਦਾਤ ਜਿਹੜੀ ਹੈ ਝੋਲੀ ਵਿੱਚ ਪੈਂਦੀ ਹੈ, ਯਾਨੀ ਪ੍ਰਾਪਤ ਹੁੰਦੀ ਹੈ। ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਕਾਰਨ ਹੈ ਨਾ ਹਰ ਚੀਜ਼ ਦਾ, ਇਹ ਕਰਤੇ ਦੇ ਵਸ ਹੈ, ਰੱਬ ਦੇ ਵਸ ਵਿੱਚ, ਰੱਬ ਦੇ ਹੁਕਮ ਵਿੱਚ ਹੈ। ਜੋ ਵੀ ਕਿਸੇ ਵੀ ਚੀਜ਼ ਦਾ, ਕਿਸੇ ਵੀ ਕਾਰਜ ਦਾ ਕਾਰਨ ਹੈ, ਉਹ ਸਾਰਾ ਹੁਕਮ ਵਿੱਚ ਹੈ, ਸਿਸਟਮ ਦੇ ਅੰਦਰ ਹੈ। ਗੁਰਮੁਖ ਬੂਝੈ ਕੋਇ, ਭਈ ਇਸ ਗੱਲ ਨੂੰ ਕੋਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੁੱਝਦਾ ਹੈ, ਸਮਝਦਾ ਹੈ ਔਰ ਇਸ ਚੀਜ਼ ਤੇ ਅਮਲ ਕਰਦਾ ਹੈ। ਗੁਰੂ ਦੇ ਗਿਆਨ ਰਾਹੀਂ ਸਮਝ ਆਉਂਦੀ ਹੈ ਕਿ ਜੋ ਕੁਝ ਵੀ ਹੈ ਉਹ ਰੱਬੀ ਹੁਕਮ ਦੇ ਅੰਦਰ ਹੈ। ਯਾਨੀ ਜੋ ਹੁਕਮ ਦੀ ਪ੍ਰਾਪਤੀ ਹੈ, ਗੁਣਾਂ ਦੀ ਪ੍ਰਾਪਤੀ ਦਾ ਜੋ ਕਾਰਨ ਹੈ, ਭਾਣਾ ਮੰਨਣ ਦਾ ਜਿਹੜਾ ਉਦਮ ਹੈ, ਇਹ ਰੱਬੀ ਹੁਕਮ ਦੇ ਵਿੱਚ ਹੈ। ਇਸ ਗੱਲ ਨੂੰ ਕੋਈ ਗੁਰਮੁਖ
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਸਮਝਦਾ ਹੈ। ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਹੁਕਮ ਵਿੱਚ ਹੈ ਔਰ ਮੈਂ ਹੁਕਮ ਰਜ਼ਾ ਵਿੱਚ ਚੱਲ ਕੇ ਹੀ ਜੀਵਨ ਦੇ ਵਿੱਚ ਸਫਲਤਾ ਹਾਸਲ ਕਰ ਸਕਦਾ ਹਾਂ। ਲੇਕਿਨ ਜਿਹੜਾ ਇਨਸਾਨ ਗੁਰੂ ਦਰਸਾਏ ਮਾਰਗ ਤੇ ਨਹੀਂ ਚੱਲਦਾ, ਉਹ ਫਿਰ ਸਮਝਦਾ ਹੈ ਕਿ ਸ਼ਾਇਦ ਜੋਤਸ਼ੀ ਵੀ ਇਸ ਚੀਜ਼ ਨੂੰ ਬਦਲ ਸਕਦਾ ਹੈ, ਕੋਈ ਮੜੀ ਕਬਰ ਵੀ ਬਦਲ ਸਕਦੀ ਹੈ, ਜਾਂ ਦੇਵਤੇ ਕਿਸੇ ਦੇ ਵਸ ਵਿੱਚ ਵੀ ਕੁਝ ਹੋ ਸਕਦਾ ਹੈ, ਵਰਤਨ ਰਾਤਿਆਂ ਦੇ ਨਾਲ ਵੀ ਕੁਝ ਹੋ ਸਕਦਾ ਹੈ। ਉਹ ਐਸੇ ਚੱਕਰਾਂ ਦੇ ਅੰਦਰ, ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ। ਪਰ ਜੋ ਗੁਰੂ ਦਰਸਾਏ ਮਾਰਗ ਤੇ ਤੁਰਨ ਵਾਲਾ ਹੈ, ਜਿਸ ਨੇ ਗੁਰੂ ਤੋਂ ਵਿਵੇਕ ਬੁੱਧ ਹਾਸਲ ਕੀਤੀ ਹੈ, ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਹਰ ਕਾਰਜ ਦਾ ਜੋ ਕਾਰਨ ਹੈ ਉਹ ਸਿਸਟਮ ਦੇ ਅੰਦਰ ਹੈ, ਨਿਯਮਾਵਲੀ ਦੇ ਵਿੱਚ ਹੈ, ਉਹਦੇ ਤੋਂ ਬਾਹਰ ਨਹੀਂ ਹੈ। ਅਗਲਾ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ। ਨਾਨਕ ਹਰ ਨਾਮ ਜਿਨੀ ਆਰਾਧਿਆ, ਅਨਦਿਨ ਹਰ। ਨਾਮ ਦਾ ਮਤਲਬ ਹੁਕਮ, ਜਿਨੀ ਦਾ ਮਤਲਬ ਜਿਨ੍ਹਾਂ ਨੇ, ਆਰਾਧਿਆ ਦਾ ਮਤਲਬ ਜਿਨ੍ਹਾਂ ਨੇ ਯਾਦ ਕੀਤਾ ਹੈ, ਯਾਦ ਰੱਖਿਆ ਹੈ, ਜਾਂ ਜੋ ਹੁਕਮ ਦੇ ਅੰਦਰ ਚੱਲੇ ਨੇ, ਜਿਨ੍ਹਾਂ ਨੂੰ ਇਹ ਗੱਲ ਯਾਦ ਹੈ ਕਿ ਹਰ ਸ਼ੈ ਰੱਬੀ ਹੁਕਮ ਦੇ ਵਿੱਚ ਹੈ। ਅਨਦਿਨ ਹਰ ਲਿਵਤਾਰ, ਲਿਵ ਦਾ ਮਤਲਬ ਲਗਨ, ਲਿਵਤਾਰ ਦਾ ਮਤਲਬ ਲਗਾਤਾਰ ਯਤਨ, ਲਗਾਤਾਰ ਲਿਵ, ਲਗਾਤਾਰ ਪਿਆਰ, ਲਗਾਤਾਰ ਲਗਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਨਾਮ ਦੇ ਅੰਦਰ, ਹੁਕਮ ਦੇ ਅੰਦਰ ਲਗਾਤਾਰ ਲਿਵ ਲਾਈ ਰੱਖਦੇ, ਜਿਨ੍ਹਾਂ ਨੇ ਨਾਮ ਨੂੰ ਅਰਾਧਿਆ ਹੈ, ਭਾਵ ਜਿਨ੍ਹਾਂ ਨੇ ਹੁਕਮ ਨੂੰ ਸਮਝਿਆ ਹੈ, ਹੁਕਮ ਨੂੰ ਆਪਣੇ ਚੇਤੇ ਵਿੱਚ ਵਸਾਇਆ ਹੈ, ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਹੈ ਕਿ ਹਰ ਸ਼ੈ ਹੁਕਮ ਦੇ ਅੰਦਰ ਹੈ, ਉਹ ਲਗਾਤਾਰ ਆਪਣੀ ਸੁਰਤ ਰੱਬੀ ਹੁਕਮ ਦੇ ਵਿੱਚ ਜੋੜੀ ਰੱਖਦੇ ਨੇ। ਉਹਨਾਂ ਦੇ ਅੰਦਰ ਲਗਨ ਹੁੰਦੀ ਹੈ ਹੁਕਮ ਦੇ ਅੰਦਰ ਚੱਲਣ ਦੀ। ਤੇ ਜਿਹੜੇ ਹੁਕਮ ਦੇ ਅੰਦਰ ਚੱਲਦੇ ਨੇ, ਜਿਨ੍ਹਾਂ ਦੀ ਲਗਾਤਾਰ ਲਗਨ ਹੈ, ਉਹਨਾਂ ਦੇ ਜੀਵਨ ਦਾ ਫਿਰ ਰਿਜ਼ਲਟ ਕੀ ਨਿਕਲਦਾ ਹੈ? ਗੁਰੂ ਜੀ ਕਹਿੰਦੇ ਨੇ ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੇ ਕਾਰ। ਮਾਇਆ ਦਾ ਮਤਲਬ ਮਾਇਆ ਜੋ ਸਾਡੀ ਸੋਚ ਹੈ, ਬੰਦੀ ਦਾ ਮਤਲਬ ਹੈ ਦਾਸੀ, ਖਸਮ ਕੀ ਦਾ ਮਤਲਬ ਰੱਬ ਦੀ। ਜਿਹੜੀ ਮਾਇਆ ਹੈ ਉਹ ਰੱਬ ਦੀ ਦਾਸੀ ਹੈ। ਤਿਨ ਅੱਗੇ ਕਮਾਵੇ ਕਾਰ, ਤੇ ਜੋ ਪ੍ਰਭੂ ਦੇ ਪਿਆਰੇ ਨੇ ਉਹਨਾਂ ਦੇ ਅੱਗੇ ਉਹ ਸੇਵਕ ਬਣ ਕੇ ਕੰਮ ਕਰਦੀ ਹੈ, ਉਹਨਾਂ ਦੇ ਅੱਗੇ ਸੇਵਕ ਬਣ ਕੇ ਕੰਮ ਕਰਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਦੋ ਚੀਜ਼ਾਂ ਨੇ, ਸਾਡਾ ਜੋ ਮਨ ਹੈ ਜਾਂ ਸਾਡੀ ਸੋਚ ਹੈ, ਚਾਹੇ ਤੇ ਅਸੀਂ ਇਹਨੂੰ ਆਪਣੀ ਸੇਵਕ ਬਣਾ ਲਈਏ ਜਾਂ ਅਸੀਂ ਆਪ ਇਹਦੇ ਸੇਵਕ ਬਣ ਜਾਈਏ। ਜੇ ਤਾਂ ਅਸੀਂ ਮਨ ਦੇ ਸੇਵਕ ਬਣ ਗਏ, ਮਾੜੀ ਸੋਚ ਦੇ ਸੇਵਕ ਬਣ ਗਏ, ਫਿਰ ਉਹ ਸੋਚ ਸਾਨੂੰ ਚਲਾਏਗੀ, ਮਨ ਸਾਨੂੰ ਚਲਾਏਗਾ। ਹੋ ਸਕਦਾ ਹੈ ਸਾਨੂੰ ਨਸ਼ਈ ਬਣਾ ਦੇਵੇ, ਜੁਆਰੀ ਬਣਾ ਦੇਵੇ, ਚੋਰ ਬਣਾ ਦੇਵੇ, 2 ਨੰਬਰ ਦੇ ਧੰਦਿਆਂ ਵੱਲ ਲੈ ਜਾਏ, ਸਾਡੇ ਅੰਦਰ ਨੈਗੇਟਿਵਿਟੀ ਪੈਦਾ ਹੋ ਜਾਏ, ਸਾਡੇ ਅੰਦਰ ਅਹੰਕਾਰ, ਈਗੋ ਪੈਦਾ ਹੋ ਜਾਵੇ, ਫਿਰ ਤਾਂ ਮਨ ਸਾਨੂੰ ਭਟਕਾਏਗਾ। ਤੇ ਦੂਜਾ ਇਹ ਹੈ ਕਿ ਮਨ ਨੂੰ ਬੁੱਧੀ ਦੇ ਅਧੀਨ ਕਰੀਏ, ਆਪਣੇ ਅਧੀਨ ਕਰੀਏ ਕਿ ਮੇਰੇ ਹੁਕਮ ਦੇ ਅੰਦਰ ਰਹਿਣਾ ਹੈ, ਆਪਣੇ ਹੁਕਮ ਮੁਤਾਬਕ ਚਲਾਈਏ, ਜੋ ਸਾਨੂੰ ਚਾਹੀਦਾ ਹੈ ਉਹਦੇ ਮੁਤਾਬਕ। ਮਨ ਝੂਠ ਬੋਲਣ ਲਈ ਕਰਦਾ ਹੈ, ਲੇਕਿਨ ਮੈਨੂੰ ਸੱਚ ਚਾਹੀਦਾ ਤਾਂ ਮੈਂ ਮਨ ਨੂੰ ਕਹਾਂਗਾ ਨਹੀਂ ਖਬਰਦਾਰ ਜੇ ਝੂਠ ਬੋਲਿਆ, ਮੈਨੂੰ ਸੱਚ ਚਾਹੀਦਾ, ਮੈਨੂੰ ਪ੍ਰੇਮ ਚਾਹੀਦਾ ਹੈ, ਮੈਂ ਦਇਆ ਵਾਲੀ ਜ਼ਿੰਦਗੀ ਜੀਣੀ ਹੈ, ਮੈਂ ਉਦਮ ਕਰਨਾ ਹੈ, ਮੈਂ ਜੀਵਨ ਵਿੱਚ ਕਾਮਯਾਬ ਹੋਣਾ ਹੈ। ਹੁਣ ਇਹ ਦੋ ਗੱਲਾਂ ਨੇ, ਚਾਹੇ ਤਾਂ ਮਨ ਦੇ ਅੰਦਰ ਚਲੋ, ਚਾਹੇ ਮਨ ਨੂੰ ਆਪਣੇ ਅਧੀਨ ਕਰੋ। ਮਨ ਜੇ ਮਾਲਕ ਬਣ ਕੇ ਰਹੇ ਤਾਂ ਇਹ ਬੜਾ ਖਤਰਨਾਕ ਹੈ, ਤੇ ਜੇ ਮਨ ਨੂੰ ਨੌਕਰ ਬਣਾ ਕੇ ਰੱਖੋ ਤਾਂ ਇਹ ਬਹੁਤ ਕੀਮਤੀ ਚੀਜ਼ ਹੈ। ਔਰ ਮਨ ਤੁਹਾਡਾ ਫ੍ਰੀ ਦਾ ਨੌਕਰ ਹੈ, ਇਹਨੂੰ ਜੋ ਵੀ ਕਹੋਗੇ ਇਹਨੇ ਉਹੀ ਕਰੀ ਜਾਣਾ। ਜੇ ਤੁਸੀਂ ਇਹਨੂੰ ਨੈਗੇਟਿਵ ਸੋਚਣ ਵਾਸਤੇ ਕਹਿ ਦੋ ਤਾਂ ਇਹ ਨੈਗੇਟਿਵਿਟੀ ਦੇ ਢੇਰ ਲਗਾ ਦੇਵੇਗਾ। ਮਿਸਾਲ ਵਜੋਂ ਤੁਹਾਡੇ ਸਾਹਮਣੇ ਕੋਈ ਵੀਰ ਭੈਣ ਬੈਠਾ ਹੈ ਤੇ ਤੁਸੀਂ ਇਹ ਸੋਚੋ ਕਿ ਇਹਦੇ ਵਿੱਚ ਔਗਣ ਕਿੰਨੇ ਨੇ, ਆਪਣੇ ਮਨ ਨੂੰ ਕਹੋ ਜਾਂ ਦਿਮਾਗ ਵਿੱਚ ਸੋਚੋ ਕਿ ਮੈਂ ਇਹਦੇ ਵਿੱਚ ਔਗਣ ਲੱਭਣੇ ਨੇ, ਤਾਂ ਤੁਹਾਡਾ ਮਨ 3600 ਔਗਣ ਲੱਭ ਦੇਵੇਗਾ ਉਹਦੇ ਵਿੱਚ। ਇਹਦੇ ਕੱਪੜੇ ਨਹੀਂ ਚੰਗੇ, ਇਹਦੇ ਕੋਲ ਟੇਬਲ ਮੈਨਰ ਨਹੀਂ ਹਨ, ਇਹਨੂੰ ਖਾਣ ਪੀਣ ਦਾ ਨਹੀਂ ਪਤਾ, ਇਹਦੀ ਬੋਲਬਾਣੀ ਨਹੀਂ ਠੀਕ, ਇਹਦਾ ਵਿਹਾਰ ਨਹੀਂ ਠੀਕ, ਅਨੇਕਾਂ ਔਗਣ ਕੱਢ ਦੇਵੇਗਾ। ਤੇ ਜੇ ਆਪਣੇ ਮਨ ਨੂੰ ਕਹੋ ਕਿ ਇਸ ਬੰਦੇ ਵਿੱਚ ਗੁਣ ਕੀ ਨੇ, ਮੈਂ ਗੁਣ ਵੇਖਣੇ ਨੇ, ਤਾਂ ਉਸ ਬੰਦੇ ਦੇ ਵਿੱਚ 2 4 5 10 ਗੁਣ ਵੀ ਲੱਭ ਜਾਣਗੇ, ਕਿਉਂਕਿ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਤਾਂ ਹੁੰਦੀ ਹੈ ਨਾ।
ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਮਨ ਤੋਂ ਕੀ ਕਰਵਾਉਣਾ ਚਾਹੁੰਦੇ ਆ। ਤਾਂ ਨੌਕਰ ਹੈ, ਜੋ ਕਹੋਗੇ ਇਹਨੇ ਉਹ ਕਰੀ ਜਾਣਾ ਹੈ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਪਿਆਰੇ ਨੇ, ਜਿਨ੍ਹਾਂ ਨੇ ਹੁਕਮ ਦੀ ਆਰਾਧਨਾ ਕੀਤੀ ਹੈ, ਜਿਨ੍ਹਾਂ ਦੀ ਲਗਾਤਾਰ ਲਿਵ ਰੱਬੀ ਹੁਕਮ ਦੇ ਅੰਦਰ ਲੱਗੀ ਹੋਈ ਹੈ, ਮਾਇਆ ਬੰਦੀ ਖਸਮ ਕੀ ਜਿਹੜੀ ਰੱਬ ਦੀ ਮਾਇਆ ਦਾਸੀ ਹੈ ਨਾ, ਉਹਨਾਂ ਦੇ ਅੱਗੇ ਕਾਰ ਕਰਦੀ ਹੈ, ਉਹਨਾਂ ਦੀ ਦਾਸੀ ਬਣ ਜਾਂਦੀ ਹੈ। ਜਿਹੜੀ ਸਾਡੀ ਸੋਚ ਹੈ ਉਹ ਫਿਰ ਸਾਡੀ ਦਾਸੀ ਬਣੇਗੀ। ਅਸੀਂ ਉਸ ਸੋਚ ਤੋਂ ਕੰਮ ਲਵਾਂਗੇ ਕਿ ਅਸੀਂ ਚੰਗੇ ਕਰਮ ਕਰਨੇ ਨੇ, ਸੱਚ ਬੋਲਣਾ ਹੈ, ਦਇਆ ਕਰਨੀ ਹੈ, ਪ੍ਰੇਮ ਨਾਲ ਰਹਿਣਾ ਹੈ, ਸਮਾਜ ਦਾ ਭਲਾ ਕਰਨਾ ਹੈ। ਫਿਰ ਇਹ ਮਾਇਆ ਜਿਹੜੀ ਹੈ ਸਾਡੇ ਉੱਤੇ ਪ੍ਰਭਾਵ ਨਹੀਂ ਪਾਏਗੀ, ਇਹ ਸਾਡੇ ਅੰਦਰ ਰਹੇਗੀ। ਪੂਰਾ ਇੱਥੇ ਥੋੜਾ ਜਿਹਾ ਰੁਕਾਂਗੇ। ਪੂਰਾ ਕਰ ਛੋੜਿਆ ਹੁਕਮ ਸਵਾਰਨਹਾਰ। ਸਵਾਰਨਹਾਰ ਦਾ ਮਤਲਬ ਜੋ ਸਾਡੇ ਜੀਵਨ ਨੂੰ ਸੋਹਣਾ ਬਣਾਉਣ ਵਾਲਾ ਹੈ, ਤੇ ਹੁਕਮ ਦਾ ਮਤਲਬ ਹੈ ਹੁਕਮ ਦੇ ਰਾਹੀਂ, ਹੁਕਮ ਵਿੱਚ। ਪੂਰੇ ਦਾ ਮਤਲਬ ਪੂਰੇ ਨੇ, ਪੂਰਾ ਕਰ ਛੋੜਿਆ ਦਾ ਮਤਲਬ ਪੂਰਨ ਕਰ ਦਿੱਤਾ ਹੈ। ਕਿਉਂਕਿ ਸਵਾਰਨ ਵਾਲੇ ਪ੍ਰਭੂ ਦੇ ਹੁਕਮ ਵਿੱਚ ਪੂਰੇ ਗੁਰੂ ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ, ਤੇ ਉਹ ਫਿਰ ਮਾਇਆ ਦੇ ਪਿੱਛੇ ਡੋਲਦੇ ਨਹੀਂ। ਹੁਕਮ ਸਵਾਰਨਹਾਰ, ਹੁਕਮ ਦੇ ਮੰਮੇ ਨਾਲ ਸਿਹਾਰੀ ਹੈ, ਹੁਕਮ ਵਿੱਚ, ਹੁਕਮ ਦੇ ਰਾਹੀਂ। ਤਾਂ ਹੁਕਮ ਦੇ ਰਾਹੀਂ ਰੱਬ ਸਵਾਰਨ ਵਾਲਾ। ਜੇ ਕਿਸੇ ਦੇ ਜੀਵਨ ਨੂੰ ਸਵਾਰ ਦੇਣਾ ਰੱਬ, ਤਾਂ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ। ਸਾਡਾ ਜੀਵਨ ਵਿਗੜੇਗਾ ਜਾਂ ਸੰਵਰੇਗਾ ਉਹ ਸਿਸਟਮ ਦੇ ਅੰਦਰ ਹੈ। ਜੇ ਅਸੀਂ ਚੰਗੇ ਕੰਮ ਕਰਾਂਗੇ, ਜੇ ਅਸੀਂ ਸਵਾਰਨਾ ਚਾਹੁੰਦੇ ਹਾਂ ਜੀਵਨ ਨੂੰ, ਤਾਂ ਫਿਰ ਸਾਨੂੰ ਚੰਗੇ ਕਰਮ ਕਰਨੇ ਹੋਣਗੇ, ਸਿਸਟਮ ਦੇ ਵਿੱਚ ਰਹਿਣਾ ਪਵੇਗਾ, ਸਾਡਾ ਜੀਵਨ ਸੰਵਰ ਜਾਏਗਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਰੱਬੀ ਹੁਕਮ ਦੇ ਅੰਦਰ ਚੱਲਦੇ ਨੇ, ਨਿਯਮਾਵਲੀ ਵਿੱਚ ਚੱਲਦੇ ਨੇ, ਪੂਰਾ ਪ੍ਰਭੂ ਜੋ ਥਾਂ ਥਾਂ ਤੇ ਪਰਿਪੂਰਨ ਹੈ, ਉਹਨਾਂ ਇਨਸਾਨਾਂ ਨੂੰ ਫਿਰ ਪੂਰਾ ਕਰ ਦਿੰਦਾ ਹੈ। ਉਹਨਾਂ ਦੇ ਅੰਦਰ ਅਧੂਰਾਪਨ ਨਹੀਂ ਰਹਿੰਦਾ, ਉਹ ਵਿਕਾਰਾਂ ਦੇ ਅੰਦਰ ਫਿਰ ਭਟਕਦੇ ਨਹੀਂ ਹਨ। ਗੁਰ ਪ੍ਰਸਾਦੀ ਜਿਨੀ ਬੁੱਝਿਆ, ਤਿਨ ਪਾਇਆ ਮੋਖ ਦੁਆਰ। ਸਤਿਗੁਰ ਦੀ ਕਿਰਪਾ ਨਾਲ ਜਿਸ ਨੇ ਇਸ ਭੇਤ ਨੂੰ ਸਮਝਿਆ ਹੈ, ਗੁਰ ਪ੍ਰਸਾਦੀ ਸਤਿਗੁਰ ਦੀ ਕਿਰਪਾ ਮੀਨਸ ਗੁਰੂ ਦੇ ਗਿਆਨ ਰਾਹੀਂ, ਜਿਨੀ ਬੁੱਝਿਆ, ਜਿਸ ਨੇ ਇਸ ਭੇਤ ਨੂੰ ਸਮਝ ਲਿਆ ਕਿ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਇੱਕੋ ਇੱਕ ਵਸੀਲਾ ਹੈ ਸਚਿਆਰ ਹੋਣ ਦਾ, ਕਾਮਯਾਬ ਹੋਣ ਦਾ, ਜੀਵਨ ਨੂੰ ਸਫਲ ਕਰਨ ਦਾ, ਜੀਵਨ ਅੰਦਰ ਸੁਖ ਸ਼ਾਂਤੀ ਹਾਸਲ ਕਰਨ ਦਾ। ਜਿਨਨੇ ਇਸ ਚੀਜ਼ ਨੂੰ ਸਮਝ ਲਿਆ ਗੁਰੂ ਦੇ ਗਿਆਨ ਰਾਹੀਂ, ਤਿਨ ਪਾਇਆ ਮੋਖ ਦੁਆਰ, ਉਸਨੇ ਮੁਕਤੀ ਦਾ ਦਰ ਲੱਭ ਲਿਆ, ਉਹਨੇ ਮੁਕਤੀ ਦਾ ਦਰ ਪਾ ਲਿਆ, ਉਹਨੇ ਮੁਕਤੀ ਹਾਸਲ ਕਰ ਲਈ। ਦੇਖੋ ਕਿੰਨਾ ਸੌਖਾ ਕੰਮ ਹੈ। ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਬੰਦੇ ਨੇ ਮੁਕਤੀ ਦਾ ਦਰਵਾਜ਼ਾ ਲੱਭ ਲਿਆ ਕਿ ਇਹ ਹੈ ਮੁਕਤੀ ਦਾ ਰਾਸਤਾ। ਹੁਣ ਮੁਕਤੀ ਦਾ ਰਾਸਤਾ ਕੀ ਹੈ? ਰੱਬੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਵਿਕਾਰਾਂ ਤੋਂ ਆਪਣੇ ਜੀਵਨ ਦੀ ਖਲਾਸੀ ਕਰਾਣੀ, ਇਹੀ ਮੁਕਤੀ ਹੈ। ਮੁਕਤੀ ਮਰਨ ਤੋਂ ਬਾਅਦ ਨਹੀਂ ਹੈ, ਜਿਉਂਦਿਆਂ ਮੁਕਤੀ ਹੈ। ਇਹਨਾਂ ਵਿਕਾਰਾਂ ਤੋਂ ਜਿਉਂਦਿਆਂ ਮੁਕਤ ਹੋ ਜਾਣਾ ਹੀ ਮੁਕਤੀ ਹੈ। ਤਾਂ ਉਹ ਇਨਸਾਨ ਜੋ ਗੁਰੂ ਗਿਆਨ ਰਾਹੀਂ ਇਸ ਚੀਜ਼ ਨੂੰ ਸਮਝ ਲੈਂਦੇ ਨੇ, ਉਹ ਇਨਸਾਨ ਮੁਕਤੀ ਦਾ ਦਰ ਲੱਭ ਲੈਂਦੇ ਨੇ। ਪਰ ਮਨਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਇਹ ਜੋ ਜਾਣਨੀ ਸ਼ਬਦ ਹੈ ਨਾ, ਇਹਨੂੰ ਥੋੜਾ ਜਿਹਾ ਖਿਆਲ ਦੇ ਨਾਲ ਪੜਨਾ ਹੈ। ਦੇਖੋ ਜਦੋਂ ਜਾਣਨੀ ਪੜਾਂਗੇ ਨਾ, ਮੈਨੂੰ ਧਿਆਨ ਨਾਲ ਸੁਣੋ। ਜਾਣਨੀ, ਹੁਣ ਨੰਨਾ ਬੋਲ ਰਿਹਾ ਹੈ ਵਿਚਕਾਰ, ਜਾਣਨੀ, ਜਾਣਨੀ, ਤੇ ਨਾਣਾ ਬਾਅਦ ਵਿੱਚ ਬੋਲ ਰਿਹਾ ਹੈ, ਇਹ ਗਲਤੀ ਹੋ ਰਹੀ ਹੈ। ਲੇਕਿਨ ਇੱਥੇ ਨਾਣਾ ਵਿਚਕਾਰ ਹੈ ਤੇ ਨੰਨਾ ਲਾਸਟ ਵਿੱਚ ਹੈ, ਇਸ ਲਈ ਇਹਦਾ ਉਚਾਰਨ ਹੋਏਗਾ ਜਾਣਨੀ। ਜਾਣਨੀ ਵੱਖਰਾ ਵੱਖਰਾ ਨਹੀਂ ਬੋਲਣਾ, ਇਕੱਠਾ ਬੋਲਣਾ ਹੈ, ਲੇਕਿਨ ਵਿਚਕਾਰ ਨਾਣੇ ਦਾ ਉਚਾਰਨ ਹੋਏ, ਜਾਣਨੀ। ਮਨਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਮਨਮੁਖ ਦਾ ਮਤਲਬ ਜੋ ਆਪ ਹੁਦਰੇ ਮਨੁੱਖ ਨੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜਿੰਦੇ, ਜੋ ਰੱਬੀ ਹੁਕਮ ਵਿੱਚ ਨਹੀਂ ਤੁਰਦੇ, ਜੋ ਕੁਦਰਤੀ ਨਿਯਮਾਵਲੀ ਦੀ ਪਾਲਣਾ ਨਹੀਂ ਕਰਦੇ, ਉਹ ਹੁਕਮ ਨੂੰ ਜਾਣਦੇ ਹੀ ਨਹੀਂ, ਯਾਨੀ ਹੁਕਮ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ। ਤੇ ਉਹਨਾਂ ਦੇ ਜੀਵਨ ਦਾ ਰਿਜ਼ਲਟ ਕੀ ਨਿਕਲਦਾ ਹੈ? ਤਿੰਨ ਮਾਰੇ ਜਮ ਜੰਦਾਰ। ਜੰਦਾਰ, ਜਮ ਜੰਦਾਰ ਦਾ ਮਤਲਬ ਜ਼ਾਲਮ ਜਮ, ਮਾਰੇ ਦਾ ਮਤਲਬ ਮਾਰਦਾ ਹੈ, ਡੰਨ ਦਿੰਦਾ ਹੈ। ਜਿਹੜੇ ਆਪ ਖੁਦਰੇ ਨੇ ਉਹਨਾਂ ਨੂੰ ਜਮ ਮਾਰਦਾ ਹੈ। ਹੁਣ ਜਮ ਜਿਹੜਾ ਹੈ, ਇਹ ਤਾਂ ਅਸੀਂ ਸਾਰੇ ਵੀਰ ਭੈਣਾਂ ਸਮਝ ਚੁੱਕੇ ਹਾਂ ਕਿ ਜਮ ਜਿਹੜੇ ਨੇ ਝੂਟੇ ਦੇ ਉੱਤੇ ਚੜਨ ਵਾਲੇ ਨਹੀਂ ਹਨ, ਕਿ ਆਣ ਕੇ ਨੇਜੇ ਬਰਛੇ ਮਾਰਦੇ ਨੇ, ਡੰਡੇ ਮਾਰਦੇ ਨੇ, ਉਹ ਨਹੀਂ।
ਨਾ ਹੀ ਇੱਥੇ ਉਸ ਮੌਤ ਦੀ ਗੱਲ ਹੈ। ਇੱਥੇ ਹੈ ਆਤਮਕ ਮੌਤੇ ਮਾਰਨਾ ਔਰ ਦੁਖੀ ਕਰਨਾ। ਜਿਹੜੇ ਜਮ ਨੇ ਕਾਮ, ਕ੍ਰੋਧ, ਲੋਭ ਆਦਿਕ, ਇਹ ਫਿਰ ਉਹਨਾਂ ਬੰਦਿਆਂ ਨੂੰ ਆਤਮਕ ਮੌਤੇ ਮਾਰਦੇ ਨੇ, ਦੁਖੀ ਕਰਦੇ ਨੇ। ਕਿੰਨਾਂ ਨੂੰ? ਮਨਮੁਖ ਹੁਕਮ ਨਾ ਜਾਣਨੀ, ਜੋ ਆਪ ਹੁਦਰੇ ਰੱਬੀ ਹੁਕਮ ਵਿੱਚ ਨਹੀਂ ਤੁਰਦੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਉਹਨਾਂ ਨੂੰ ਫਿਰ ਜਿਹੜੇ ਵਿਕਾਰ ਨੇ ਨਾ, ਜਮ, ਕਾਮ, ਕ੍ਰੋਧ ਆਦਿਕ, ਬੜੇ ਅਵੇੜੇ ਨੇ, ਜ਼ਾਲਮ ਨੇ, ਇਹ ਫਿਰ ਉਹਨਾਂ ਨੂੰ ਮਾਰਦੇ ਨੇ, ਭਾਵ ਦੁਖੀ ਕਰਦੇ ਨੇ, ਔਰ ਉਹ ਲੋਕ ਆਤਮਕ ਮੌਤੇ ਮਰ ਜਾਂਦੇ ਨੇ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੌਜਲ ਸੰਸਾਰ। ਹੁਣ ਮਨਮੁਖ ਦੀ ਗੱਲ ਕਰਕੇ ਫਿਰ ਗੁਰਮੁਖ ਦੀ ਗੱਲ ਕਰਦਾ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਅੱਗੇ ਸਨਮੁਖ ਹੋਇਆ ਹੈ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੀ ਪਾਲਣਾ ਕੀਤੀ ਹੈ, ਜਿਨ੍ਹਾਂ ਨੇ ਗੁਰੂ ਤੋਂ ਵਿਵੇਕ ਬੁੱਧ, ਕਾਮਨ ਸੈਂਸ ਹਾਸਲ ਕੀਤੀ ਹੈ ਔਰ ਗੁਰਬਾਣੀ ਅਨੁਸਾਰ, ਗੁਰਮਤਿ ਅਨੁਸਾਰ ਜ਼ਿੰਦਗੀ ਜੀਂਦੇ ਨੇ। ਗੁਰੂ ਜੀ ਕਹਿੰਦੇ ਹਨ ਤਿਨੀ ਤਰਿਆ ਭੌਜਲ ਸੰਸਾਰ, ਉਹ ਸੰਸਾਰ ਸਾਗਰ ਨੂੰ ਤਰ ਗਏ ਨੇ। ਹੁਣ ਸੰਸਾਰ ਸਾਗਰ ਕਿੱਥੇ ਹੈ? ਸਾਡੇ ਅੰਦਰ ਇੱਕ ਭੌਜਲ ਹੈ ਨਾ ਭਰਿਆ ਹੋਇਆ, ਜਿਵੇਂ ਕਾਮ, ਕ੍ਰੋਧ, ਲੋਭ, ਈਰਖਾ, ਦਵੇਸ਼, ਵੈਰ, ਵਿਰੋਧ ਨੇ। ਇਹੀ ਭਵ ਸਾਗਰ ਹੈ, ਅਗਿਆਨਤਾ ਦਾ, ਪਾਪਾਂ ਦਾ, ਵਿਕਾਰਾਂ ਦਾ। ਤੇ ਇਹ ਸਾਰੇ ਵਿਕਾਰ ਬਾਹਰ ਨਹੀਂ ਹਨ, ਇਹ ਸਾਰੇ ਵਿਕਾਰ ਮੇਰੇ ਅੰਦਰ ਨੇ। ਮੈਂ ਇਹਨਾਂ ਵਿਕਾਰਾਂ ਤੋਂ ਹੀ ਤਰਨਾ ਹੈ। ਮੈਂ ਆਪਣੀ ਸੋਚ ਨੂੰ, ਆਪਣੀ ਸੁਰਤ ਨੂੰ, ਆਪਣੀ ਮੱਤ ਨੂੰ ਇਹਨਾਂ ਵਿਕਾਰਾਂ ਤੋਂ ਹੀ ਬਚਾਉਣਾ ਹੈ। ਤੇ ਇਹਨਾਂ ਤੋਂ ਕੌਣ ਬਚਾਏਗਾ? ਜੋ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਉਹ ਭਵਸਾਗਰ ਨੂੰ ਤਰ ਜਾਏਗਾ, ਯਾਨੀ ਉਹ ਵਿਕਾਰਾਂ ਤੋਂ ਬਚ ਜਾਏਗਾ। ਭਵਸਾਗਰ ਨੂੰ ਤਰਨ ਦਾ ਮਤਲਬ ਹੀ ਇਹ ਹੈ, ਵਿਕਾਰਾਂ ਤੋਂ ਬਚ ਜਾਣਾ, ਸੰਸਾਰ ਦੇ ਅੰਦਰ ਰਹਿੰਦਿਆਂ ਵਿਕਾਰਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜੀਣੀ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਗੁਰੂ ਬਖਸ਼ਣਹਾਰ ਹੈ, ਤੇ ਗੁਰੂ ਸਾਡੀ ਜ਼ਿੰਦਗੀ ਚੋਂ ਅਵਗੁਣਾਂ ਨੂੰ ਕਿਵੇਂ ਦੂਰ ਕਰਦਾ ਹੈ, ਗੁਰੂ ਜੀ ਇੱਥੇ ਫਾਰਮੂਲਾ ਦੱਸ ਰਹੇ ਨੇ। ਸਭ ਅਵਗੁਣ, ਜਿੰਨੇ ਵੀ ਜ਼ਿੰਦਗੀ ਵਿੱਚ ਅਵਗੁਣ ਨੇ, ਸੋਚ ਵਿੱਚ ਨੇ, ਬੋਲਾਂ ਵਿੱਚ ਨੇ ਜਾਂ ਵਿਹਾਰ ਵਿੱਚ ਨੇ, ਗੁਣੀ ਮਿਟਾਇਆ। ਗੁਣੀ ਦਾ ਮਤਲਬ ਗੁਣਾਂ ਦੁਆਰਾ, ਮਿਟਾਇਆ ਦਾ ਮਤਲਬ ਮਿਟਾ ਦਿੱਤੇ। ਜਿੰਨੇ ਵੀ ਔਗਣ ਨੇ ਉਹ ਸਾਰੇ ਗੁਣਾਂ ਦੇ ਜ਼ਰੀਏ ਮਿਟਾ ਦਿੱਤੇ, ਯਾਨੀ ਗੁਰੂ ਨੇ ਗੁਣਾਂ ਦੀ ਦਾਤ ਦਿੱਤੀ ਤੇ ਗੁਣ ਦੇ ਕੇ ਔਗਣ ਮਿਟਾ ਦਿੱਤੇ। ਇਹ ਚੀਜ਼ ਅਸੀਂ ਰੋਜ਼ ਵਿਚਾਰ ਰਹੇ ਹਾਂ ਕਿ ਜਦੋਂ ਅਸੀਂ ਸੱਚ ਬੋਲਾਂਗੇ ਤਾਂ ਝੂਠ ਆਪੇ ਮਿਟ ਜਾਏਗਾ। ਗੁਰੂ ਜੀ ਸਾਨੂੰ ਫਾਰਮੂਲਾ ਦੱਸ ਰਹੇ ਨੇ ਇਹਨਾਂ ਵਿਕਾਰਾਂ ਤੋਂ ਬਚਣ ਦਾ। ਪਾਪ ਨੇ, ਅਪਰਾਧ ਨੇ, ਦੁੱਖ ਨੇ, ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ, ਉਹਨਾਂ ਤੋਂ ਬਚਣ ਦਾ ਦੇਖੋ ਕਿੰਨਾ ਸੁੰਦਰ ਫਾਰਮੂਲਾ ਹੈ। ਸਭ ਔਗਣ ਗੁਣੀ ਮਿਟਾਇਆ, ਗੁਣਾਂ ਦੇ ਰਾਹੀਂ। ਹੁਣ ਔਗਣ ਕੀ ਹੈ? ਝੂਠ ਬੋਲਣਾ। ਤੇ ਝੂਠ ਬੋਲਣ ਤੋਂ ਖਹਿੜਾ ਕਿਵੇਂ ਛੁੱਟ ਸਕਦਾ ਹੈ? ਇੱਕ ਹੀ ਫਾਰਮੂਲਾ ਹੈ, ਸਹੀ ਫਾਰਮੂਲਾ, ਕਿ ਸੱਚ ਬੋਲਣਾ ਸ਼ੁਰੂ ਕਰ ਦੋ, ਝੂਠ ਆਪੇ ਖਤਮ ਹੋ ਜਾਏਗਾ। ਹੁਣ ਜੈਲਸੀ ਕਿਵੇਂ ਮਿਟ ਸਕਦੀ ਹੈ? ਇੱਕ ਦੂਜੇ ਨਾਲ ਅਸੀਂ ਜੈਲਸੀ ਨਾ ਕਰੀਏ, ਬੰਦਾ ਬੰਦੇ ਦੇ ਨਾਲ ਈਰਖਾ ਨਾ ਕਰੇ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਕਿ ਬੰਦਾ ਬੰਦੇ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰੇ, ਆਪਣੀ ਜ਼ਿੰਦਗੀ 'ਚ ਪ੍ਰੇਮ ਪੈਦਾ ਕਰ ਲਵੇ, ਈਰਖਾ ਮਿਟ ਜਾਏਗੀ। ਹੰਕਾਰ ਕਿਵੇਂ ਮਿਟ ਸਕਦਾ ਹੈ? ਜੇ ਬੰਦਾ ਨਿਮਰਤਾ ਦਾ ਧਾਰਨੀ ਹੋ ਜਾਏ। ਆਮ ਸਾਡੀ ਇੱਕ ਸ਼ਿਕਾਇਤ ਰਹਿੰਦੀ ਹੈ ਨਾ ਕਿ ਮੇਰਾ ਗੁੱਸੇ ਤੇ ਕੰਟਰੋਲ ਨਹੀਂ, ਗੁੱਸੇ ਤੋਂ ਕਿਵੇਂ ਖਹਿੜਾ ਛਡਾਵਾਂ? ਤਾਂ ਸਿੰਪਲ ਗੱਲ ਹੈ, ਪ੍ਰੇਮ ਦੇ ਨਾਲ ਰਹਿਣਾ ਸ਼ੁਰੂ ਕਰੋ, ਪ੍ਰੇਮ ਦੇ ਨਾਲ ਰਹਿਣਾ ਸ਼ੁਰੂ ਕਰੋ, ਆਪਣੇ ਅੰਦਰ ਦਇਆ ਪੈਦਾ ਕਰੋ, ਗੁੱਸਾ ਆਟੋਮੈਟਿਕਲੀ ਖਤਮ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਜਿਹੜਾ ਹੈ ਬਖਸ਼ਣਹਾਰ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਉਹਨੂੰ ਬਖਸ਼ਦਾ ਹੈ। ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਤੇ ਗੁਣਾਂ ਦੀ ਦਾਤ ਦੇ ਕੇ ਉਹਦੇ ਔਗਣ ਮਿਟਾ ਦਿੰਦਾ ਹੈ। ਤਾਂ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਜੇ ਕਿਸੇ ਇਨਸਾਨ ਜ਼ਿੰਦਗੀ ਵਿੱਚ ਅਵਗੁਣ ਨੇ, ਉਹਨਾਂ ਅਵਗੁਣਾਂ ਕਰਕੇ ਉਹਦੀ ਜ਼ਿੰਦਗੀ ਵਿੱਚ ਪਾਪ, ਵਿਕਾਰ ਨੇ, ਜਾਂ ਦੁੱਖ ਹੈ, ਦਰਦ ਹੈ, ਚਿੰਤਾ ਔਰ ਪਰੇਸ਼ਾਨੀਆਂ ਨੇ, ਤਾਂ ਉਹਦੇ ਤੋਂ ਬਚਣ ਦਾ ਇੱਕੋ ਹੀ ਸਾਧਨ ਹੈ, ਗੁਣਾਂ ਦੇ ਧਾਰਨੀ ਹੋਵੋ। ਔਗਣ ਮਿਟ ਜਾਣਗੇ, ਔਗਣਾਂ ਰਾਹੀਂ ਪੈਦਾ ਜਿਹੜੇ ਦੁੱਖ ਨੇ ਉਹ ਆਟੋਮੈਟਿਕਲੀ ਖਤਮ ਹੋ ਜਾਣਗੇ, ਜ਼ਿੰਦਗੀ ਅੰਦਰ ਸ਼ਾਂਤੀ ਆ ਜਾਏਗੀ। ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਸਤਾ ਦਿੱਤਾ ਹੈ। ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕੁਛ ਜਾਣਦਾ। ਜੋ ਪ੍ਰਭੂ ਦੇ ਭਗਤ ਨੇ ਉਹਨਾਂ ਨੂੰ ਰੱਬ ਦੀ ਪ੍ਰਤੀਤੀ ਹੈ, ਭਾਵ ਭਰੋਸਾ ਹੈ।
ਇਹ ਜੋ ਭਗਤਾ ਸ਼ਬਦ ਹੈ ਨਾ, ਭਗਤਾ, ਇਹਨੂੰ ਬਿੰਦੀ ਲਗਾ ਕੇ ਭਗਤਾਂ ਪੜਨਾ ਹੈ। ਹਰ ਕੀ ਭਗਤਾਂ ਪ੍ਰਤੀਤ, ਭਗਤ ਜਨਾਂ ਨੂੰ ਪ੍ਰਭੂ ਦੇ ਉੱਤੇ ਵਿਸ਼ਵਾਸ ਹੁੰਦਾ ਹੈ। ਹਰ ਸਭ ਕੁਝ ਜਾਣਦਾ, ਕੀ ਵਿਸ਼ਵਾਸ ਹੁੰਦਾ ਹੈ ਕਿ ਰੱਬ ਸਭ ਕੁਝ ਜਾਣਦਾ ਹੈ, ਇਹ ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਭਗਤਾਂ ਨੂੰ। ਤੇ ਭਗਤਾਂ ਬਾਰੇ ਅਸੀਂ ਸਪਸ਼ਟ ਕਰ ਹੀ ਚੁੱਕੇ ਹਾਂ। ਭਗਤ ਦਾ ਮਤਲਬ ਕੋਈ ਮਾਲਾ ਫੇਰਨ ਵਾਲਾ ਨਹੀਂ ਹੈ। ਭਗਤ ਬਣਨ ਲਈ ਕੋਈ ਵੱਖਰਾ ਚੋਲਾ ਪਾਉਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਸੰਸਾਰ ਤਿਆਗਣ ਦੀ ਲੋੜ ਨਹੀਂ। ਭਗਤ ਕੌਣ ਨੇ? ਮਤ ਹੁੰਦੀ ਹੋਏ ਇਆਣਾ, ਜਿਨ੍ਹਾਂ ਦੇ ਕੋਲ ਗਿਆਨ ਦਾ ਵਿਸ਼ਾਲ ਭੰਡਾਰ ਹੈ, ਪਰ ਉਸ ਗਿਆਨ ਦਾ ਮਿਸਯੂਜ਼ ਨਹੀਂ ਕਰਦੇ। ਉਹ ਗਿਆਨ ਨਾਲ ਕਿਸੇ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਰਦੇ। ਉਸ ਗਿਆਨ ਦੇ ਨਾਲ ਕਿਸੇ ਨੂੰ ਨੀਵਾਂ ਨਹੀਂ ਵਿਖਾਉਂਦੇ, ਕਿਸੇ ਨੂੰ ਲੁੱਟਦੇ ਨਹੀਂ। ਮਤ ਹੁੰਦਿਆਂ ਹੋਇਆਂ ਵੀ ਭੋਲੇ ਰਹਿੰਦੇ ਨੇ, ਕਿਸੇ ਦੇ ਉੱਤੇ ਆਪਣੇ ਉਸ ਗਿਆਨ ਦਾ ਨਜਾਇਜ਼ ਪ੍ਰਭਾਵ ਨਹੀਂ ਪਾਉਂਦੇ। ਤਾਣ ਹੁੰਦੇ ਹੋਏ ਨਿਤਾਣਾ, ਤਾਕਤ ਹੁੰਦਿਆਂ ਹੋਇਆਂ ਵੀ ਉਹ ਨਿਰਬਲਾਂ ਦੀ ਤਰ੍ਹਾਂ ਰਹਿੰਦੇ ਨੇ। ਮਤਲਬ ਕਿ ਉਹ ਆਪਣੀ ਤਾਕਤ ਦੇ ਨਾਲ ਕਿਸੇ ਦੇ ਹੱਕ ਨਹੀਂ ਖਾਂਦੇ, ਕਿਸੇ ਦੇ ਉੱਤੇ ਅਤਿਆਚਾਰ ਨਹੀਂ ਕਰਦੇ। ਅਣਹੁੰਦੇ ਆਪ ਵੰਡਾਏ, ਬਹੁਤ ਕੁਛ ਨਾਲ ਨਾ ਹੁੰਦਿਆਂ ਹੋਇਆਂ ਵੀ, ਕੋਲ ਨਾ ਹੁੰਦਿਆਂ ਹੋਇਆਂ ਕਿਸੇ ਦੇ ਦੁੱਖ ਦਰਦ ਵਿੱਚ ਕੰਮ ਆਉਂਦੇ ਨੇ, ਵੰਡ ਕੇ ਛਕਦੇ ਨੇ। ਕੋਈ ਐਸਾ ਭਗਤ ਸਦਾਏ, ਕੋਈ ਇਹੋ ਜਿਹਾ ਬੰਦਾ ਭਗਤ ਅਖਵਾਉਣ ਦਾ ਹੱਕਦਾਰ ਹੈ। ਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਰੱਬ ਤੇ ਵਿਸ਼ਵਾਸ ਹੈ, ਸੱਚ ਦੇ ਉੱਤੇ ਵਿਸ਼ਵਾਸ ਹੈ। ਗੁਰੂ ਜੀ ਕਹਿੰਦੇ ਨੇ ਹਰ ਕੀ ਭਗਤਾਂ ਪ੍ਰਤੀ, ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਨੂੰ ਰੱਬ ਦੇ ਉੱਤੇ ਵਿਸ਼ਵਾਸ ਹੈ, ਰੱਬ ਦੇ ਹੁਕਮ ਤੇ ਵਿਸ਼ਵਾਸ ਹੈ ਕਿ ਸਭ ਕੁਝ ਹੁਕਮ ਦੇ ਅੰਦਰ ਹੋ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਇਹ ਉਹਨਾਂ ਦਾ ਵਿਸ਼ਵਾਸ ਹੈ। ਔਰ ਉਹਨਾਂ ਨੂੰ ਇਹ ਸਮਝ ਹੈ ਕਿ ਹਰ ਸਭ ਕੁਝ ਜਾਣਦਾ, ਕਿ ਰੱਬ ਸਭ ਕੁਝ ਜਾਣਦਾ ਹੈ। ਹੁਣ ਕੀ ਜਾਣਦਾ ਹੈ? ਸਾਡੇ ਦੁੱਖਾਂ ਦਾ ਕਾਰਨ ਜਿਹੜਾ ਹੈ ਨਾ, ਉਹਨੂੰ ਰੱਬ ਜਾਣਦਾ ਹੈ। ਸਾਡੇ ਹਰ ਕਰਮ ਨੂੰ ਜਾਣਦਾ ਹੈ, ਚੰਗੇ ਨੂੰ ਵੀ ਮਾੜੇ ਨੂੰ ਵੀ। ਹੁਣ ਕਿਵੇਂ ਜਾਣਦਾ ਹੈ? ਉੱਤੇ ਬੈਠਾ ਰੱਬ ਨਹੀਂ, ਉਹ ਰੱਬ ਸਾਡੇ ਅੰਦਰ ਬੈਠਾ ਹੈ, ਮੇਰੇ ਅੰਦਰ ਬੈਠਾ ਹੈ, ਤੁਹਾਡੇ ਅੰਦਰ ਬੈਠਾ ਹੈ। ਘਟ ਘਟ ਮੈਂ ਹਰ ਜੂ ਬਸੇ। ਤੇ ਕਿਹੜਾ ਐਸਾ ਕੰਮ ਹੈ ਜਿਹੜਾ ਅਸੀਂ ਆਪਣਾ ਨਹੀਂ ਜਾਣਦੇ, ਚੰਗਾ ਜਾਂ ਮਾੜਾ? ਅਸੀਂ ਜਾਣਦੇ ਹਾਂ। ਜਦੋਂ ਅਸੀਂ ਝੂਠ ਬੋਲਦੇ ਹਾਂ, ਸਾਨੂੰ ਪਤਾ ਹੈ ਅਸੀਂ ਝੂਠ ਬੋਲ ਰਹੇ ਹਾਂ। ਜਦੋਂ ਅਸੀਂ ਈਰਖਾ ਕਰ ਰਹੇ ਹਾਂ ਤੇ ਸਾਨੂੰ ਪਤਾ ਹੈ ਅਸੀਂ ਈਰਖਾ ਕਰ ਰਹੇ ਹਾਂ। ਜਾਣਦਾ ਹੈ ਤੇ ਉਹਦੇ ਮੁਤਾਬਕ ਫਿਰ ਸਾਨੂੰ ਫਲ ਮਿਲਦਾ ਹੈ। ਫਲ ਕਿਵੇਂ ਮਿਲਦਾ ਹੈ? ਸਿਸਟਮ ਦੇ ਅੰਦਰ। ਜੇ ਅਸੀਂ ਜੈਲਸੀ ਕਰਾਂਗੇ ਤਾਂ ਸਾਡੇ ਅੰਦਰ ਅੱਗ ਬਲੇਗੀ, ਸੜਨ ਪੈਦਾ ਹੋਏਗੀ, ਖੁਸ਼ੀ ਖਤਮ ਹੋਏਗੀ। ਇਹ ਤੇ ਸਿਸਟਮ ਹੈ, ਇਹਨੂੰ ਅਸੀਂ ਟਾਲ ਨਹੀਂ ਸਕਦੇ। ਜੇ ਸਾਡੇ ਅੰਦਰ ਪ੍ਰੇਮ ਦੀ, ਨਿਮਰਤਾ ਦੀ, ਗੁਣਾਂ ਦੀ ਭਾਵਨਾ ਹੈ ਤਾਂ ਇਹ ਤਾਂ ਸਿਸਟਮ ਹੈ ਕਿ ਸਾਡੇ ਅੰਦਰ ਸੁਖ ਪੈਦਾ ਹੋਏਗਾ। ਇਹਨੂੰ ਕੋਈ ਟਾਲ ਨਹੀਂ ਸਕਦਾ। ਤਾਂ ਪ੍ਰਭੂ ਪਿਆਰਿਆਂ ਨੂੰ ਰੱਬ ਦੇ ਉੱਤੇ, ਰੱਬੀ ਹੁਕਮ ਦੇ ਉੱਤੇ ਪ੍ਰਤੀਤ ਹੁੰਦੀ ਹੈ, ਔਰ ਉਹਨੂੰ ਪਤਾ ਹੈ ਕਿ ਉਹ ਸਾਡੇ ਸਭ ਸੁੱਖ ਦੁੱਖ ਦੇ ਕਾਰਨਾਂ ਨੂੰ ਜਾਣਦਾ ਹੈ। ਹਰ ਜੀਵਟ ਨਾ ਹੀ ਕੋਈ ਜਾਣ, ਇੱਥੇ ਜਾਣ ਤੇ ਜਾ ਕੇ ਵਿਸ਼ਰਾਮ ਲਗਾਉਣਾ ਹੈ। ਹਰ ਜੀਵਟ ਨਾ ਹੀ ਕੋਈ ਜਾਣ। ਅਸੀਂ ਆਮ ਪੜ੍ਹਦੇ ਹਾਂ ਹਰ ਜੀਵਟ ਨਾ ਹੀ ਕੋਈ ਜਾਣ, ਹਰ ਧਰਮ ਵਿਚਾਰਦਾ। ਐਵੇਂ ਨਹੀਂ ਪੜ੍ਹਨਾ, ਜਾਣ ਤੇ ਵਿਸ਼ਰਾਮ ਲਾਣਾ ਹੈ। ਹਰ ਜੀਵਟ ਨਾ ਹੀ ਕੋਈ ਜਾਣ, ਹਰ ਧਰਮ ਵਿਚਾਰਦਾ। ਇੱਥੇ ਜਾਣ ਦੇ ਨਾਣੇ ਥੱਲੇ ਔਂਕੜ ਹੈ, ਕਿਉਂਕਿ ਕਰਤਾ ਕਾਰਕ ਇੱਕ ਵਚਨ ਪੁਲਿੰਗ ਹੈ, ਪੁਲਿੰਗ ਸ਼ਬਦ ਹੈ, ਇੱਕ ਵਚਨ ਹੈ। ਜਾਣ ਦਾ ਮਤਲਬ ਜਾਣਨ ਵਾਲਾ, ਜਾਣ ਦਾ ਮਤਲਬ ਜਾਣਨ ਵਾਲਾ, ਸਿਆਣਾ। ਹਰ ਜੀਵਟ ਨਾ ਹੀ ਕੋਈ ਜਾਣ, ਉਹਦੇ ਬਰਾਬਰ ਹੋਰ ਕੋਈ ਹਿਰਦਿਆਂ ਦਾ ਜਾਣੂ, ਜਾਣਕਾਰ ਨਹੀਂ ਹੈ, ਸਿਆਣਾ ਨਹੀਂ ਹੈ। ਹਰ ਧਰਮ ਵਿਚਾਰਦਾ, ਇੱਥੇ ਧਰਮ ਦਾ ਮਤਲਬ ਹੈ ਨਿਆਂ। ਇਸ ਲਈ ਜੋ ਰੱਬ ਹੈ ਪੂਰਾ ਨਿਆਂ ਕਰਦਾ ਹੈ, ਨਿਆਂ ਦੀ ਵਿਚਾਰ ਕਰਦਾ ਹੈ। ਬੇਨਿਆਈ ਨਹੀਂ ਕਿਸੇ ਦੇ ਨਾਲ ਹੁੰਦੀ। ਰੱਬ ਜਿੰਨਾ ਵੱਡਾ ਕੋਈ ਜਾਣਕਾਰ ਨਹੀਂ, ਸਿਆਣਾ ਹੋਰ, ਇਸ ਲਈ ਉਹ ਨਿਆਂ ਕਰਦਾ ਹੈ, ਬੇਨਿਆਈ ਨਹੀਂ ਕਿਸੇ ਦੇ ਨਾਲ ਕਰਦਾ। ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਰੱਬੀ ਹੁਕਮ ਦੇ ਅੰਦਰ ਬੇਨਿਆਈ ਕਿਸੇ ਦੇ ਨਾਲ ਹੁੰਦੀ ਨਹੀਂ ਹੈ। ਬੇਨਿਆਈ ਦਾ ਮਤਲਬ ਕਿਸੇ ਦੇ ਨਾਲ ਬੇਇਨਸਾਫੀ ਨਹੀਂ, ਕਿਸੇ ਨਾਲ ਈਰਖਾ ਨਹੀਂ, ਵਿਤਕਰਾ ਨਹੀਂ ਹੈ। ਜੇ ਸੂਰਜ ਚੜ੍ਹਦਾ ਹੈ ਨਾ, ਤਾਂ ਸੂਰਜ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ, ਸਾਰਿਆਂ ਨੂੰ ਬਰਾਬਰ ਚਾਨਣ ਦੇ ਰਿਹਾ ਹੈ। ਚੰਦਰਮਾ ਬਰਾਬਰ ਚਾਨਣ ਦੇ ਰਿਹਾ ਹੈ। ਜਦੋਂ ਹਵਾ ਚੱਲਦੀ ਹੈ ਨਾ ਠੰਡੀ ਠੰਡੀ, ਤਾਂ ਗਰੀਬ ਅਮੀਰ ਸਾਰਿਆਂ ਦੇ ਘਰ ਵਿੱਚ ਲੱਗਦੀ ਹੈ। ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ। ਧਰਤੀ ਜਿਹੜੀ ਹੈ ਇਹਦੇ ਵਿੱਚ ਫਸਲ ਕੋਈ ਅਮੀਰ ਬੀਜੇ, ਗਰੀਬ ਬੀਜੇ, ਬਰਾਬਰ ਪੈਦਾ ਕਰਦੀ ਹੈ।
ਪਾਣੀ ਕੋਈ ਅਮੀਰ ਪੀਵੇ ਗਰੀਬ ਪੀਵੇ, ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਤਾਂ ਕਿਸੇ ਦੇ ਨਾਲ ਬੇਨਿਆਈ ਨਹੀਂ ਨਾ ਹੈ। ਬਾਕੀ ਹੁਣ ਸਾਡੇ ਕਈ ਸਾਰੇ ਸਵਾਲ ਹੋਣਗੇ ਕਿ ਇਹ ਦੁਨੀਆ ਵਿੱਚ ਜਿਵੇਂ ਬਹੁਤ ਸਾਰੇ ਰਾਜਨੀਤਿਕ ਲੋਕ ਨੇ ਬਹੁਤ ਵੱਡੀ ਗੜਬੜ ਕਰ ਜਾਂਦੇ ਨੇ, ਜਾਂ ਕੁਝ ਅਤਿਆਚਾਰੀ ਲੋਕ ਨੇ ਉਹ ਕਿਸੇ ਦੇ ਨਾਲ ਬਹੁਤ ਕੁਝ ਗਲਤ ਕਰ ਜਾਂਦੇ ਨੇ ਤੇ ਉਹ ਅਦਾਲਤਾਂ ਚੋਂ ਵੀ ਬਚ ਜਾਂਦੇ ਨੇ। ਜਿਵੇਂ ਹੁਣ ਅਸੀਂ ਆਪਣੀਆਂ ਉਹਨਾਂ ਦੀ ਗੱਲ ਕਰੀਏ ਸਿਚੁਏਸ਼ਨ ਦੀ ਇੰਡੀਆ ਦੀ, ਤਾਂ ਉੱਥੇ ਕਈ 100 ਕਰੋੜ ਰੁਪਈਆ ਲੈ ਕੇ, ਹਜ਼ਾਰਾਂ ਕਰੋੜ ਰੁਪਏ ਲੈ ਕੇ ਜਿਹੜੇ ਉਹ ਲੋਕ ਨੇ ਭੱਜ ਜਾਂਦੇ ਨੇ, ਬੜੇ ਵੱਡੇ ਬੈਂਕ ਘੁਟਾਲੇ ਕਰ ਜਾਂਦੇ ਨੇ, ਉਹ ਲੋਕ ਬਚ ਜਾਂਦੇ ਨੇ ਤੇ ਫੜਿਆ ਬੰਦਾ ਹੋ ਜਾਂਦਾ ਜਿਹਦੇ ਕੋਲ ਸਪਲੈਂਡਰ ਦੇ ਕਾਗਜ਼ ਨਹੀਂ, ਵਿਚਾਰਾ ਗਲਤੀ ਨਾਲ ਘਰ ਭੁੱਲ ਆਇਆ, ਚਲਾਨ ਉਹਦਾ ਹੋ ਜਾਂਦਾ। ਤਾਂ ਇਹ ਪ੍ਰੋਬਲਮ ਰੱਬ ਦੀ ਨਹੀਂ, ਇਹ ਪ੍ਰੋਬਲਮ ਸਾਡੀ ਹੈ, ਇਹ ਪ੍ਰੋਬਲਮ ਸਾਡੇ ਨਿਆਂ ਦੀ ਹੈ, ਇਹ ਪ੍ਰੋਬਲਮ ਸਾਡੇ ਖੁਦ ਦੇ ਲੋਕਾਂ ਦੀ ਬੇਈਮਾਨੀ ਦੀ ਹੈ, ਗੈਰ ਇਨਸਾਨੀਅਤ ਦੀ ਹੈ। ਜੇਕਰ ਇਨਸਾਨੀਅਤ ਇਨਸਾਨਾਂ ਦੇ ਅੰਦਰ ਹੋਏ ਤਾਂ ਫਿਰ ਦੁਨੀਆ ਦੇ ਅੰਦਰ ਵੀ ਇਸ ਨਿਆਂ ਨੂੰ ਐਵੇਂ ਦਾ ਬਣਾਇਆ ਜਾ ਸਕਦਾ ਹੈ। ਤਾਂ ਰੱਬੀ ਦਰਗਾਹ ਦੇ ਅੰਦਰ ਜਾਂ ਰੱਬੀ ਦੁਨੀਆ ਦੇ ਅੰਦਰ ਕਿਸੇ ਦੇ ਨਾਲ ਵਿਤਕਰਾ ਨਹੀਂ ਹੁੰਦਾ, ਉਹਦੇ ਵਰਗਾ ਕੋਈ ਜਾਣਕਾਰ ਨਹੀਂ ਹੈ। ਕਾੜਾ ਅੰਦੇਸਾ ਕਿਉਂ ਕੀਜੈ, ਜਾਂ ਨਾ ਹੀ ਅਧਰਮ ਮਾਰਦਾ। ਇੱਥੇ ਅਧਰਮ ਦਾ ਮਤਲਬ ਹੈ ਅਨਿਆਂ ਦੇ ਨਾਲ, ਕਿਉਂਕਿ ਇਹ ਧਰਮ ਦੇ ਮੰਮੇ ਨਾਲ ਸਿਹਾਰੀ ਹੈ, ਅਧਰਮ ਨਾਲ, ਬੇਨਿਆਈ ਦੇ ਨਾਲ। ਕਾੜਾ ਦਾ ਮਤਲਬ ਜਿਹੜਾ ਹੈ ਸਾਡੇ, ਅਸੀਂ ਚਿੰਤਾ ਕਿਉਂ ਕਰੀਏ, ਫਿਕਰ ਕਿਉਂ ਕਰੀਏ। ਅੰਦੇਸਾ ਦਾ ਮਤਲਬ ਹੈ ਸਹਿਮ, ਅਸੀਂ ਸੰਸਾ ਕਿਉਂ ਕਰੀਏ। ਇਹ ਭਰੋਸਾ ਹੋਵੇ ਕਿ ਪ੍ਰਭੂ ਅਨਿਆਂ ਦੇ ਨਾਲ ਨਹੀਂ ਮਾਰਦਾ, ਤਾਂ ਕੋਈ ਫਿਕਰ ਡਰ ਨਹੀਂ ਰਹਿੰਦਾ। ਅਨਿਆਂ ਦੇ ਨਾਲ ਨਹੀਂ ਮਾਰਦਾ ਰੱਬ ਕਿਸੇ ਨੂੰ, ਨਿਆਂ ਨਾਲ ਹੀ ਮਰਦਾ ਹੈ ਬੰਦਾ। ਨਿਆਂ ਨਾਲ ਕਿਵੇਂ ਮਰਦਾ ਹੈ? ਮੰਨ ਲਓ ਮੈਂ ਤੁਹਾਡੇ ਨਾਲ ਕੋਈ ਹੀਰਾ ਫੇਰੀ ਦਾ ਹੱਕ ਖਾਂਦਾ ਜਾਂ ਮੈਂ ਆਚਰਨਹੀਣ ਹਾਂ, ਤਾਂ ਮੇਰੀ ਆਤਮਿਕ ਮੌਤ ਹੋ ਜਾਏਗੀ ਨਾ, ਇਨਸਾਨੀਅਤ ਮਰ ਜਾਏਗੀ। ਇਹ ਤਾਂ ਨਿਆਂ ਹੈ, ਬੇਨਿਆਈ ਨਹੀਂ ਹੈ ਨਾ। ਸੱਚਾ ਇਨਸਾਨ, ਧਰਮ ਦੇ ਮਾਰਗ ਤੇ ਚੱਲਣ ਵਾਲਾ, ਆਪਣੇ ਜੀਵਨ ਦੇ ਹਰ ਫਰਜ਼ ਨੂੰ ਪੂਰਾ ਕਰਨ ਵਾਲਾ, ਉਹਦੀ ਆਤਮਿਕ ਮੌਤ ਕਦੇ ਨਹੀਂ ਹੁੰਦੀ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਉਹਨੂੰ ਤੁਸੀਂ ਆਰੇ ਨਾਲ ਤੇ ਚੀਰ ਸਕਦੇ ਹੋ, ਪਰ ਉਹਦੇ ਅੰਦਰੋਂ ਇਨਸਾਨੀਅਤ ਨੂੰ ਥੋੜਾ ਮਾਰ ਸਕਦੇ ਹੋ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਇਸ ਗੱਲ ਦਾ ਵਿਸ਼ਵਾਸ ਹੋ ਜਾਏ ਨਾ ਕਿ ਇਸ ਕਾਇਨਾਤ ਦੇ ਨਾਲ ਬੇਨਿਆਈ ਨਹੀਂ ਹੁੰਦੀ, ਬੇਨਿਆਈ ਦੇ ਨਾਲ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ, ਤਾਂ ਫਿਰ ਚਿੰਤਾ ਫਿਕਰ ਰਹਿੰਦਾ ਹੀ ਨਹੀਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਚਿੰਤਾ ਤੇ ਉਹਦੀ ਹੁੰਦੀ ਹੈ ਜਿਹੜੀ ਅਨਹੋਣੀ ਹੋਵੇ, ਕਿ ਇੱਕ ਬੰਦੇ ਨਾਲ ਕੰਮ ਹੋ ਜਾਏ ਕੋਈ ਗੜਬੜ ਤੇ ਦੂਜੇ ਦੇ ਨਾਲ ਨਾ ਹੋਵੇ, ਫਿਰ ਤਾਂ ਅਨਹੋਣੀ ਹੈ। ਤੇ ਜਿਹੜਾ ਵਰਤਾਰਾ ਸਾਰਿਆਂ ਵਰਤ ਰਿਹਾ ਹੈ ਉਹ ਅਨਹੋਣੀ ਨਹੀਂ ਹੈ ਨਾ। ਇਸ ਲਈ ਇਸ ਦੁਨੀਆ ਦੇ ਅੰਦਰ ਰੱਬੀ ਜੋ ਨਿਜ਼ਾਮ ਹੈ, ਕੁਦਰਤ ਹੈ, ਉਹਦੇ ਵਿੱਚ ਕੁਝ ਵੀ ਅਨਹੋਣੀ ਨਹੀਂ ਹੁੰਦੀ, ਸਭ ਕੁਝ ਸਿਸਟਮ ਦੇ ਅੰਦਰ ਹੁੰਦਾ ਹੈ। ਜੇ ਇਹ ਚੀਜ਼ ਦੀ ਸਮਝ ਆ ਜਾਏ ਤਾਂ ਫਿਰ ਬੰਦੇ ਦੀ ਜ਼ਿੰਦਗੀ ਦੇ ਅੰਦਰ ਚਿੰਤਾ ਔਰ ਫਿਕਰ ਨਹੀਂ ਹੁੰਦਾ, ਫਿਰ ਉਸ ਸਿਸਟਮ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਂਦਾ ਹੈ। ਸੱਚਾ ਸਾਹਿਬ ਸੱਚ ਨਿਆਓ, ਪਾਪੀ ਨਰ ਹਾਰਦਾ। ਪ੍ਰਭੂ ਆਪ ਅਭੁੱਲ ਹੈ। ਸੱਚੇ ਦਾ ਮਤਲਬ ਅਭੁੱਲ ਹੈ, ਸੱਚ ਨਿਆਓ ਤੇ ਉਹਦਾ ਨਿਆਂ ਵੀ ਅਭੁੱਲ ਹੈ। ਨਿਆਂ ਦਾ ਮਤਲਬ ਹੁਕਮ, ਉਹਦਾ ਸਿਸਟਮ ਵੀ ਅਭੁੱਲ ਹੈ। ਸਿਸਟਮ ਬਿਲਕੁਲ ਵੀ ਭੁੱਲ ਨਹੀਂ ਹੈ ਕਿ ਕਿਸੇ ਦਿਨ ਭੁੱਲ ਜਾਏ ਸਿਸਟਮ ਕਿ ਸੂਰਜ ਘੰਟਾ ਡੇਢ ਘੰਟਾ ਲੇਟ ਹੋ ਜਾਏ, ਤੇ ਚੰਦਰਮਾ ਭੁੱਲ ਜਾਏ ਚਾਨਣ ਦੇਣਾ ਤੇ ਹਨੇਰਾ ਦੇਣਾ ਸ਼ੁਰੂ ਕਰ ਦੇਵੇ। ਐਵੇਂ ਕੁਛ ਨਹੀਂ ਦੁਨੀਆ ਵਿੱਚ। ਹਵਾ ਭੁੱਲ ਜਾਏ ਲੋਕਾਂ ਨੂੰ ਜੀਵਨ ਦਾਨ ਦੇਣਾ ਤੇ ਮਤਲਬ ਲੱਖਾਂ ਲੋਕ ਮਰ ਜਾਣ ਵੀ ਹਵਾ ਭੁੱਲ ਹੀ ਗਈ ਹੈ ਜੀਵਨ ਦਾਨ ਦੇਣਾ, ਐਸਾ ਕੁਛ ਨਹੀਂ ਹੁੰਦਾ ਨਾ। ਪਾਣੀ ਭੁੱਲ ਜਾਏ ਕਿ ਮੈਂ ਨੀਵੇਂ ਪਾਸੇ ਜਾਣਾ ਹੈ ਤੇ ਉਹ ਗਲਤੀ ਦੇ ਨਾਲ ਉਤਾਂ ਨੂੰ ਚੜਨ ਲੱਗ ਜਾਏ, ਸਮੁੰਦਰ ਦਾ ਪਾਣੀ ਚੜ ਜਾਏ ਉਤਾਂ ਨੂੰ ਔਰ ਸ਼ਹਿਰਾਂ ਦੇ ਸ਼ਹਿਰ ਡੂਬ ਦੇਵੇ, ਐਸਾ ਨਹੀਂ ਨਾ ਹੁੰਦਾ। ਸੱਚਾ ਸਾਹਿਬ ਸੱਚ ਨਿਆਓ, ਪ੍ਰਭੂ ਆਪ ਸੱਚਾ ਹੈ ਤੇ ਉਹਦਾ ਹੁਕਮ ਸੱਚਾ ਹੈ, ਉਹਦਾ ਨਿਆਂ ਹੁਕਮ ਸੱਚਾ ਹੈ। ਉਹਦੇ ਵਿੱਚ ਕੋਈ ਵੀ ਗਲਤੀ ਨਹੀਂ ਹੈ, ਭੁੱਲ ਨਹੀਂ ਹੈ, ਕਿਤੇ ਵੀ ਕੋਈ ਭੁੱਲ ਨਹੀਂ ਹੈ। ਇੱਥੇ ਸਭ ਕੁਝ ਮੁਕੰਮਲ ਹੈ। ਪਾਪੀ ਨਰ ਹਾਰਦਾ, ਤੇ ਜਿਹੜਾ ਪਾਪੀ ਹੈ ਨਾ ਬੰਦਾ, ਅਸਲ ਦੇ ਅੰਦਰ ਉਹ ਹਾਰ ਜਾਂਦਾ ਹੈ। ਪਾਪ ਕਰਨ ਵਾਲਾ ਬੰਦਾ ਹਾਰ ਜਾਂਦਾ ਹੈ। ਹਾਰ ਕਿਵੇਂ ਜਾਂਦਾ ਹੈ? ਦੇਖੋ, ਵਿਸ਼ੇ ਵਿਕਾਰ ਕਮਾ ਕੇ ਕੋਈ ਸੁਖ ਸ਼ਾਂਤੀ ਨਹੀਂ ਨਾ ਹਾਸਲ ਕਰ ਸਕਦਾ। ਪਾਪ ਕਮਾ ਕੇ ਕੋਈ ਆਤਮਿਕ ਜੀਵਨ ਹਾਸਲ ਨਹੀਂ ਕਰ ਸਕਦਾ। ਪਾਪ ਕਮਾ ਕੇ ਕਦੇ ਕਿਸੇ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੁੰਦੀ। ਪਾਪ ਕਮਾ ਕੇ ਰੱਬੀ ਗੁਣ ਅੰਦਰ ਪੈਦਾ ਨਹੀਂ ਹੁੰਦੇ। ਤਾਂ ਆਖਿਰ ਉਹ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ। ਇੱਥੇ ਜੀਵਨ ਬਾਜੀ ਨੂੰ ਹਾਰਨ ਦੀ ਗੱਲ ਹੈ। ਦੁਨੀਆ ਦੇ ਅੰਦਰ ਬੰਦਾ ਆਇਆ ਹੈ
ਤਾਂ ਚਾਹੀਦਾ ਤੇ ਇਹ ਸੀ ਕਿ ਇਨਸਾਨ ਹੋਣ ਦੇ ਨਾਤੇ ਇਨਸਾਨਾਂ ਵਾਲੇ ਕੰਮ ਕਰਦਾ, ਸਤ ਸੰਤੋਖ ਵਾਲੀ ਜ਼ਿੰਦਗੀ ਜੀਂਦਾ, ਇਹਦੇ ਅੰਦਰ ਮਾਨਵਤਾ, ਮਨੁੱਖਤਾ, ਇਨਸਾਨੀਅਤ ਪੈਦਾ ਹੁੰਦੀ, ਤਾਂ ਇਹਦਾ ਜੀਵਨ ਸਫਲ ਸੀ। ਜੀਵਨ ਬਾਜੀ ਨੂੰ ਬੰਦਾ ਜਿੱਤ ਗਿਆ। ਤੇ ਜੇਕਰ ਬੰਦਾ ਇਨਸਾਨ ਹੁੰਦਾ, ਪਸ਼ੂਆਂ ਵਾਲੇ ਕਰਮ ਕਰੇ, ਈਰਖਾ ਦਵੇਸ਼, ਤਾਂ ਜੀਵਨ ਬਾਜੀ ਨੂੰ ਹਾਰ ਗਿਆ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਪਾਪੀ ਇਨਸਾਨ ਜਿਹੜਾ ਹੈ ਉਹ ਮਨੁੱਖਤਾ ਦੀ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ, ਆਪਣੇ ਜੀਵਨ ਨੂੰ ਵਿਅਰਥ ਗਵਾ ਜਾਂਦਾ ਹੈ। ਇਸ ਲਈ ਗੁਰਦੇਵ ਸਾਨੂੰ ਸਮਝਾ ਰਹੇ ਨੇ, ਸਾਲਾਹਿਓ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਭਗਤੋ ਦਾ ਮਤਲਬ ਰੱਬ ਦੇ ਪਿਆਰਿਓ, ਸਲਾਹਿਓ ਦਾ ਮਤਲਬ ਸਿਫਤ ਸਲਾਹ ਕਰੋ, ਕਰ ਜੋੜ ਦਾ ਮਤਲਬ ਹੱਥ ਜੋੜ ਕੇ। ਹੱਥ ਜੋੜਨ ਦਾ ਮਤਲਬ ਨਿਮਰਤਾ, ਕਿ ਹੇ ਪ੍ਰਭੂ ਦੇ ਪਿਆਰਿਓ, ਨਿਮਰਤਾ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰੋ, ਨਿਮਰਤਾ ਦੇ ਨਾਲ। ਹੁਣ ਕਈ ਵਾਰ ਹੁੰਦਾ ਹੈ ਕਿ ਸਾਡੇ ਅੰਦਰ ਨਾ ਈਗੋ ਹੁੰਦੀ ਹੈ ਤੇ ਬੰਦਾ ਆਪਣੇ ਸ਼ੁਭ ਗੁਣਾਂ ਦਾ ਹੀ ਪ੍ਰਭਾਵ ਦੂਜਿਆਂ ਦੇ ਉੱਤੇ ਪਾ ਕੇ ਦੂਜਿਆਂ ਨੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ। ਕਈ ਲੋਕ ਐਸੇ ਤੁਹਾਨੂੰ ਮਿਲ ਜਾਣਗੇ ਜੋ ਬਿਨਾਂ ਮਤਲਬ ਤੋਂ, ਕੋਈ ਟੌਪਿਕ ਨਹੀਂ ਹੋਏਗਾ, ਟੌਪਿਕ ਕੋਈ ਹੋਰ ਚੱਲ ਰਿਹਾ ਹੋਏਗਾ, ਗੱਲਬਾਤ ਕੋਈ ਹੋਰ ਵਿਸ਼ੇ ਤੇ ਹੋ ਰਹੀ ਹੋਵੇਗੀ, ਤੇ ਉਹ ਵਿੱਚ ਆਣ ਕੇ ਜ਼ਰੂਰ ਕਹਿਣਗੇ ਮੈਂ ਤੇ ਸਵੇਰੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਕਰਨਾ, ਮੈਂ ਤੇ ਸਵੇਰੇ 4 ਵਜੇ ਨਹਾ ਲੈਣਾ। ਆਪਣੀ ਤੇ ਜੀ ਆਦਤ ਹੈ, ਸੱਚ ਬੋਲੀਦਾ ਹੈ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ, ਬਿਨਾਂ ਟੌਪਿਕ ਤੋਂ ਵਿੱਚ ਆਣ ਕੇ ਮਤਲਬ ਇਹ ਚੀਜ਼ਾਂ ਕਹਿਣ ਦਾ ਯਤਨ ਕਰਨਗੇ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਨਿਤਨੇਮ ਨਾ ਬੰਦਾ ਕਰੇ, ਕਰਨਾ ਚਾਹੀਦਾ ਨਾ, ਬਾਣੀ ਪੜ੍ਹੇ, ਨਿਤਨੇਮ ਕਰੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇ, ਪਰ ਉਹਦਾ ਰੋਬ ਦੂਜਿਆਂ ਤੇ ਪਾਉਂਦਾ ਫਿਰੇ, ਉਹਦਾ ਹੰਕਾਰ ਵਿਖਾਉਂਦਾ ਫਿਰੇ, ਤਾਂ ਗੁਰੂ ਜੀ ਕਹਿੰਦੇ ਨੇ ਹੰਕਾਰ ਜਿਹੜਾ ਹੈ ਤੁਹਾਡਾ ਮਾੜਾ ਹੈ, ਚਾਹੇ ਉਹ ਗੁਨਾਹ ਦਾ ਹੈ, ਚਾਹੇ ਉਹ ਕਿਸੇ ਵੀ ਚੀਜ਼ ਦਾ ਹੈ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਨਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ। ਜਿਨ੍ਹਾਂ ਦੇ ਅੰਦਰ ਧਨ ਦੌਲਤ ਜਾਂ ਵਡਿਆਈਆਂ ਦਾ ਹੰਕਾਰ ਹੁੰਦਾ ਹੈ, ਉਹ ਇਸ ਦੁਨੀਆ ਤੋਂ ਖਾਲੀ ਹੀ ਚਲੇ ਜਾਂਦੇ ਨੇ, ਆਤਮਿਕ ਜੀਵਨ ਨਹੀਂ ਜੀ ਪਾਉਂਦੇ। ਇਸ ਲਈ ਇੱਥੇ ਕਹਿ ਰਹੇ ਨੇ, ਸਾਲਾ ਹੈ ਉਹ ਭਗਤੋ ਕਰ ਜੋੜ, ਨਿਮਰਤਾ ਦੇ ਨਾਲ ਸਿਫਤ ਸਲਾਹ ਕਰੋ, ਗੁਣਾਂ ਦੇ ਧਾਰਨੀ ਹੋ, ਮਨ ਬਚਨ ਕਰਮ ਕਰਕੇ ਨਿਮਰਤਾ ਦੇ ਨਾਲ ਆਪਣੇ ਅੰਦਰ ਨਿਮਰਤਾ ਬਣਾਈ ਰੱਖੋ। ਹਰ ਭਗਤ ਜਨ ਤਾਰਦਾ, ਜਿਹੜੇ ਐਸੇ ਭਗਤ ਨੇ ਰੱਬ ਉਹਨਾਂ ਨੂੰ ਤਾਰ ਦਿੰਦਾ ਹੈ, ਜਿਹੜੇ ਨਿਮਰਤਾ ਦੇ ਨਾਲ ਸਿਫਤ ਸਲਾਹ ਕਰਦੇ ਨੇ, ਪ੍ਰਭੂ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਸਿਸਟਮ ਹੈ, ਇਹ ਹੁਕਮ ਹੈ ਕਿ ਜੋ ਨਿਮਰਤਾ ਦੇ ਨਾਲ ਰੱਬੀ ਰਜ਼ਾ ਦੇ ਅੰਦਰ ਤੁਰੇਗਾ। ਭਗਤ ਦਾ ਮਤਲਬ ਆਪ ਸਮਝ ਹੀ ਗਏ ਹੋ ਕਿ ਜੋ ਮਤ ਹੁੰਦੀ ਨਿਆਣੇ ਨੇ, ਤਾਣ ਹੁੰਦਿਆਂ ਨਿਤਾਣੇ ਨੇ, ਅਣਹੋਂਦ ਵਿੱਚ ਆਪਣੇ ਆਪ ਨੂੰ ਵੰਡਾਉਂਦੇ ਨੇ, ਜੋ ਨਿਮਰਤਾ ਦੇ ਨਾਲ ਰੱਬ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਹੰਕਾਰ ਚੋਂ, ਵਿਕਾਰਾਂ ਚੋਂ, ਪਾਪਾਂ ਅਪਰਾਧਾਂ ਦੇ ਵਿੱਚੋਂ ਬਚ ਨਿਕਲਦੇ ਨੇ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਹੀ ਹੈ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾਂ ਉਰਤਾਰ। ਇਹਨੂੰ ਆਪਣੇ ਨਹੀਂ ਪੜਨਾ, ਐੜੇ ਦੇ ਨਾਲ ਕਰਨਾ ਹੈ, ਬੁਲਾਣਾ ਹੈ ਥੋੜਾ ਜਿਹਾ। ਆਪਣੇ, ਆਪਣੇ ਪ੍ਰੀਤਮ ਮਿਲ ਰਹਾ, ਰਹਾ ਨਹੀਂ ਪੜਨਾ। ਰਹਾ ਪਾਸਟ ਟੈਂਸ ਵਿੱਚ ਥਰਡ ਪਰਸਨ ਦੀ ਗੱਲ ਹੋ ਜਾਏਗੀ ਕਿ ਆਪਣੇ ਪ੍ਰੀਤਮ ਦੇ ਨਾਲ ਕੋਈ ਮਿਲਿਆ ਰਿਹਾ, ਪਰ ਇੱਥੇ ਫਸਟ ਪਰਸਨ ਦੀ ਪ੍ਰੈਜ਼ੈਂਟ ਟੈਂਸ ਦੇ ਵਿੱਚ ਗੱਲ ਹੈ। ਆਪਣੇ ਪ੍ਰੀਤਮ ਮਿਲ ਰਹਾ, ਕਿ ਮੇਰੇ ਮਨ ਦੇ ਅੰਦਰ ਤਾਂਘ ਹੈ ਕਿ ਮੈਂ ਆਪਣੇ ਪਿਆਰੇ ਦੇ ਨਾਲ ਹਮੇਸ਼ਾ ਮਿਲਿਆ ਰਹਾਂ। ਅੰਤਰ ਰੱਖਾਂ ਉਰਤਾਰ, ਇਹਨੂੰ ਰੱਖਾ ਨਹੀਂ ਪੜਨਾ, ਬਿੰਦੀ ਲਗਾ ਕੇ ਰੱਖਾਂ। ਉਰਤਾਰ ਦਾ ਮਤਲਬ ਹਿਰਦੇ ਵਿੱਚ ਧਾਰਨ ਕਰਕੇ, ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਾਂ। ਹਿਰਦੇ ਦਾ ਮਤਲਬ ਸੋਚ, ਮੈਂਟੈਲਿਟੀ, ਮਾਨਸਿਕਤਾ। ਮੈਂ ਆਪਣੀ ਸੋਚ ਦੇ ਅੰਦਰ ਰੱਬ ਨੂੰ, ਰੱਬੀ ਗੁਣਾਂ ਨੂੰ ਧਾਰਨ ਕਰਕੇ ਰੱਖਾਂ। ਹੁਣ ਇਹ ਚੀਜ਼ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹਰ ਇਨਸਾਨ ਦੇ, ਚਾਹੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਕੋਈ ਵੀ ਹੈ, ਕਿਸੇ ਵੀ ਧਰਮ, ਮਜ਼ਹਬ, ਰੰਗ, ਨਸਲ ਦੇ ਨਾਲ ਸੰਬੰਧ ਰੱਖਣ ਵਾਲਾ ਹੈ, ਉਹਦੇ ਅੰਦਰ ਇਹ ਤਾਂਘ ਪੈਦਾ ਹੋਣੀ ਚਾਹੀਦੀ ਕਿ ਮੈਂ ਰੱਬੀ ਗੁਣਾਂ ਦੇ ਨਾਲ ਮਿਲਿਆ ਰਹਾਂ, ਔਰ ਰੱਬੀ ਗੁਣਾਂ ਨੂੰ ਆਪਣੇ ਸੋਚ ਦੇ ਅੰਦਰ ਧਾਰਨ ਕਰਕੇ ਰੱਖਾਂ। ਸੱਚ, ਸੰਤੋਖ, ਦਇਆ, ਧਰਮ ਨੂੰ, ਇਨਸਾਨੀਅਤ ਨੂੰ ਆਪਣੇ ਅੰਦਰ ਧਾਰਨ ਕਰਕੇ ਰੱਖਾਂ। ਇਹ ਤਾਂਘ ਪੈਦਾ ਹੋਣੀ ਚਾਹੀਦੀ ਹੈ। ਜੇ ਤਾਂਘ ਪੈਦਾ ਹੋਏਗੀ ਤਾਂ ਹੀ ਬੰਦਾ ਯਤਨ ਕਰੇਗਾ, ਤੇ ਜੇ ਅੰਦਰ ਤਾਂਘ ਹੀ ਨਹੀਂ ਹੈ ਤੇ ਬੰਦਾ ਯਤਨ ਵੀ ਨਹੀਂ ਨਾ ਕਰੇਗਾ, ਤੇ ਜੇ ਯਤਨ ਨਹੀਂ ਕਰੇਗਾ ਕੁਛ ਪ੍ਰਾਪਤੀ ਵੀ ਨਹੀਂ ਹੋਏਗੀ।
ਬੰਦੇ ਦੇ ਸਾਹਮਣੇ ਕੋਈ ਡੈਸਟੀਨੇਸ਼ਨ ਤੇ ਹੋਏ ਕਿ ਮੈਂ ਫਲਾਂ ਜਗ੍ਹਾ ਤੇ ਜਾਣਾ ਹੈ, ਜੇ ਡੈਸਟੀਨੇਸ਼ਨ ਹੈ ਤਾਂ ਫਿਰ ਉਹ ਉਦਮ ਵੀ ਕਰੇਗਾ। ਮੰਜ਼ਲ ਹੈ ਕੋਈ, ਗੋਲ ਹੈ ਕੋਈ, ਤਾਂ ਫਿਰ ਤਾਂ ਉਹਦੇ ਵਾਸਤੇ ਉਦਮ ਵੀ ਕਰੇਗਾ। ਤੇ ਜੇ ਗੋਲ ਹੀ ਕੋਈ ਨਹੀਂ, ਮੰਜ਼ਲ ਹੀ ਕੋਈ ਨਹੀਂ ਤੈਅ ਕੀਤੀ, ਤੇ ਬੰਦਾ ਤੁਰਿਆ ਫਿਰੇ ਤੇ ਕਿੱਧਰ ਤੁਰੇ। ਉਹ ਜਿਵੇਂ ਕਿਸੇ ਡਾਕਟਰ ਨੇ ਕਿਸੇ ਨੂੰ ਪੁੱਛਿਆ ਵੀ ਮੈਨੂੰ ਨਾ weight ਥੋੜਾ ਜ਼ਿਆਦਾ ਹੈ, ਬੀਪੀ ਥੋੜਾ ਹਾਈ ਰਹਿੰਦਾ ਹੈ, ਤੇ ਡਾਕਟਰ ਕਹਿੰਦਾ ਵੀ ਤੁਰਿਆ ਕਰ। ਕਹਿੰਦਾ ਕਿੰਨਾ? ਕਹਿੰਦਾ 5 ਕਿਲੋਮੀਟਰ ਤੁਰ ਲਿਆ ਕਰ ਡੇਲੀ, ਜਾਂ 10 ਕਿਲੋਮੀਟਰ। ਕਹਿੰਦਾ ਮੈਂ ਤੇ 10 ਕਿਲੋਮੀਟਰ ਤੁਰ ਲਾਂਗਾ। ਕਹਿੰਦਾ 10 ਕਿਲੋਮੀਟਰ ਤੁਰ ਲਿਆ ਕਰ। ਤੇ 1.5 ਮਹੀਨੇ ਬਾਅਦ ਨਾ ਡਾਕਟਰ ਨੂੰ ਫੋਨ ਆਇਆ ਉਸ ਬੰਦੇ ਦਾ, ਕਹਿੰਦਾ ਡਾਕਟਰ ਜੀ ਮੈਂ ਅਟਾਰੀ ਬਾਰਡਰ ਤੇ ਪਹੁੰਚ ਗਿਆ, ਹੁਣ ਇੱਥੋਂ ਵਾਪਸ ਆਵਾਂ ਕਿ ਅੱਗੇ ਨੂੰ ਜਾਵਾਂ? ਯਾਨੀ ਤੁਰਿਆ ਜਾ ਰਿਹਾ ਸਿੱਧਾ ਹੀ, ਤਾਂ ਇਹ ਮੰਜ਼ਲ ਨਹੀਂ ਨਾ ਹੈ ਕੋਈ। ਹੁਣ ਉਹ ਤੁਰਨ ਵਾਸਤੇ ਕਾਹਦੇ ਲਈ ਕਹਿ ਰਿਹਾ, ਉਹ ਕਿੱਧਰ ਤੁਰਿਆ ਫਿਰਦਾ ਹੈ? ਤਾਂ ਬਿਨਾਂ ਮੰਜ਼ਲ ਤੋਂ ਤੁਰੋਗੇ ਤੇ ਹੀ ਹਾਲ ਹੋਏਗਾ ਨਾ। ਜਿਵੇਂ ਇੱਕ ਕਮਲਾ ਬੰਦਾ ਹੈ ਵਿਚਾਰਾ, ਜਿਸ ਦਾ ਦਿਮਾਗ ਨਹੀਂ ਕੰਮ ਕਰ ਰਿਹਾ, ਉਹ ਤੁਰਿਆ ਫਿਰ ਰਿਹਾ ਹੈ ਸੜਕਾਂ ਤੇ, ਉਹਨੂੰ ਪਤਾ ਹੀ ਨਹੀਂ ਮੈਂ ਕਿੱਧਰੋਂ ਆਇਆ, ਕਿੱਧਰ ਜਾਣਾ, ਨਾ ਘਰ ਦਾ ਪਤਾ, ਨਾ ਬਾਹਰ ਦਾ ਪਤਾ, ਕਿਉਂਕਿ ਮੈਂਟਲੀ ਅਪਸੈਟ ਹੋ ਗਿਆ ਹੈ, ਕਿਤੇ ਪਹੁੰਚੇਗਾ ਨਹੀਂ। ਇਸ ਲਈ ਹੁਣ ਗੁਰੂ ਜੀ ਸਾਨੂੰ ਸਾਹਮਣੇ ਇੱਕ ਮੰਜ਼ਿਲ ਦਿਖਾ ਰਹੇ ਨੇ ਕਿ ਆਪਣੀ ਮੰਜ਼ਿਲ ਨਿਸ਼ਚਿਤ ਕਰੋ, ਗੋਲ ਨਿਸ਼ਚਿਤ ਕਰੋ। ਤੇ ਉਹ ਗੋਲ ਕੀ ਹੈ ਕਿ ਆਪਣੇ ਪ੍ਰੀਤਮ ਮਿਲ ਰਹਾ, ਮੈਂ ਆਪਣੇ ਪਿਆਰੇ ਦੇ ਨਾਲ ਮਿਲਿਆ ਰਹਾ, ਆਪਣੀ ਸੋਚ ਨੂੰ ਗੁਰੂ ਦੀ ਸੋਚ ਦੇ ਨਾਲ ਮਿਲਾਈ ਰੱਖਾਂ, ਅੰਤਰ ਰੱਖਾਂ ਉਰਤਾਰ, ਤੇ ਮੈਂ ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਧਾਰਨ ਕਰਕੇ ਰੱਖਾਂ ਪਿਆਰ ਦੇ ਨਾਲ। ਤੇ ਨਾਲ ਕੀ ਕਰਾਂ? ਸਾਲਾਹੀ ਸੋ ਪ੍ਰਭ ਸਦਾ ਸਦਾ। ਸਾਲਾਹੀ ਨਹੀਂ ਪੜਨਾ, ਇਹਨੂੰ ਬਿੰਦੀ ਲਾ ਕੇ, ਸਾਲਾਹੀ ਮੈਂ ਸਲਾਹਾਂ। ਪ੍ਰਭ ਸਦਾ ਸਦਾ ਦਾ ਮਤਲਬ ਪ੍ਰਭੂ ਨੂੰ ਸਦਾ ਹਰ ਵਕਤ ਸਿਫਤ ਸਲਾਹ ਕਰਾਂ, ਰੱਬ ਦੇ ਗੁਣ ਗਾਵਾਂ, ਗੁਣਾਂ ਦਾ ਧਾਰਨੀ ਹੋਵਾਂ ਮਨ ਬਚਨ ਔਰ ਕਰਮ ਕਰਕੇ। ਮੈਂ ਸਦਾ ਹਮੇਸ਼ਾ ਹਰ ਵਕਤ ਹਰ ਪਲ ਰੱਬੀ ਗੁਣਾਂ ਨੂੰ ਵਰਤੋਂ ਵਿੱਚ ਲਿਆਵਾਂ। ਗੁਰ ਕੈ ਹੇਤ ਪਿਆਰ, ਸਤਿਗੁਰ ਦੇ ਲਾਏ ਪ੍ਰੇਮ ਪਿਆਰ ਦੇ ਅੰਦਰ ਸਦਾ ਟਿਕਿਆ ਰਹਾ। ਗੁਰੂ ਦੇ ਪ੍ਰੇਮ ਪਿਆਰ ਵਿੱਚ ਸਦਾ ਟਿਕਿਆ ਰਹਾ ਔਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਾ। ਹੁਣ ਸਾਡੇ ਅੰਦਰ ਇਹ ਤਾਂਘ ਹੋਣੀ ਚਾਹੀਦੀ ਕਿ ਮੈਂ ਗੁਰੂ ਦੇ ਪ੍ਰੇਮ ਪਿਆਰ ਦੇ ਅੰਦਰ ਟਿਕਿਆ ਰਹਿਣਾ ਹੈ। ਤੇ ਗੁਰੂ ਦੇ ਨਾਲ ਪ੍ਰੇਮ ਕਰਨ ਦਾ ਮਤਲਬ ਗੁਰੂ ਦੀ ਵਿਚਾਰਧਾਰਾ ਦੇ ਨਾਲ ਪ੍ਰੇਮ ਕਰਨਾ ਹੈ, ਗੁਰੂ ਦੀ ਮੱਤ ਦੇ ਨਾਲ ਪ੍ਰੇਮ ਕਰਨਾ ਹੈ। ਕੇਵਲ ਮੱਥਾ ਟੇਕ ਜਾਣਾ ਹੀ ਪ੍ਰੇਮ ਨਹੀਂ ਹੈ। ਤੇ ਮੇਰਾ ਮਤਲਬ ਇਹ ਨਹੀਂ ਕਿ ਮੱਥਾ ਨਹੀਂ ਟੇਕਣਾ। ਜਿਹੜਾ ਪ੍ਰੇਮ ਹੈ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰੂ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀਣੀ, ਇਹਨੂੰ ਕਹਿੰਦੇ ਨੇ ਪ੍ਰੇਮ। ਇਹਨੂੰ ਪ੍ਰੇਮ ਕਹਿੰਦੇ ਨੇ, ਇਹਨੂੰ ਸਿਫਤ ਸਲਾਹ ਕਹਿੰਦੇ ਨੇ ਕਿ ਮੈਂ ਗੁਰੂ ਦੇ ਪ੍ਰੇਮ ਪਿਆਰ ਵਿੱਚ, ਗੁਰੂ ਦੀ ਮੱਤ ਦੇ ਨਾਲ ਪ੍ਰੀਤ ਪਾ ਕੇ ਰੱਬੀ ਗੁਣਾਂ ਦਾ ਹਮੇਸ਼ਾ ਧਾਰਨੀ ਰਹਾ, ਹਰ ਪਲ ਮੈਂ ਗੁਣਾਂ ਵਾਲੀ ਜ਼ਿੰਦਗੀ ਜੀਵਾਂ। ਇਹ ਸਾਡਾ ਗੋਲ ਹੋਣਾ ਚਾਹੀਦਾ ਹੈ। ਇਹ ਸਾਡੇ ਅੰਦਰ ਤਾਂਘ ਪੈਦਾ ਹੋਣੀ ਚਾਹੀਦੀ ਹੈ ਔਰ ਫਿਰ ਸਾਨੂੰ ਇਹਨਾਂ ਚੀਜ਼ਾਂ ਵਾਸਤੇ ਯਤਨ ਕਰਨਾ ਚਾਹੀਦਾ ਹੈ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਲ। ਹੇ ਨਾਨਕ, ਜਿਸ ਵੱਲ ਉਹ ਪਿਆਰ ਦੀ ਰਹਿਮਤ ਦੀ ਨਜ਼ਰ ਕਰਦਾ ਹੈ, ਉਹਨੂੰ ਆਪਣੇ ਨਾਲ ਮਿਲਾਉਂਦਾ ਹੈ। ਤੇ ਇਹੋ ਜਿਹੀ ਜਿਹੜੀ ਜੀਵ ਇਸਤਰੀ ਹੈ ਉਹ ਸੁਹਾਗਣ ਅਖਵਾਉਂਦੀ ਹੈ, ਯਾਨੀ ਉਹ ਪ੍ਰਭੂ ਦੇ ਮਿਲਾਪ ਵਾਲੀ ਅਖਵਾਉਂਦੀ ਹੈ, ਜੋ ਪ੍ਰਭੂ ਦੀ ਰਹਿਮਤ ਬਖਸ਼ਿਸ਼ ਦੀ ਪਾਤਰ ਬਣ ਜਾਂਦੀ ਹੈ। ਹੁਣ ਦੇਖੋ ਨਦਰ ਕੀ ਹੈ? ਰੱਬੀ ਗੁਣਾਂ ਦੇ ਧਾਰਨੀ ਹੋਣਾ। ਜਿਵੇਂ ਅਸੀਂ ਰੋਜ਼ ਮੈਂ ਬੇਨਤੀ ਕਰ ਰਿਹਾ ਕਿ ਨਦਰ ਰਹਿਮਤ ਚਾਰ ਚੁਫੇਰੇ ਹਰ ਵਕਤ ਬਰਸ ਰਹੀ ਹੈ। ਰੱਬ ਹੈ ਹੀ ਦਿਆਲੂ, ਗੁਰੂ ਹੈ ਹੀ ਦਿਆਲੂ। ਗੁਰੂ ਤਾਂ ਦਇਆ ਦਾ ਸਾਗਰ ਹੈ, ਰੱਬ ਤੇ ਦਇਆ ਦਾ ਸਾਗਰ ਹੈ। ਤੇ ਜਿਹੜਾ ਹੈ ਹੀ ਦਇਆ ਦਾ ਸਾਗਰ, ਜਿੱਥੋਂ ਬਰਸ ਹੀ ਦਇਆ ਰਹੀ ਹੈ, ਉਹ ਤਾਂ ਕਰ ਹੀ ਰਿਹਾ ਹੈ, ਪਰ ਅਸੀਂ ਉਸ ਦਇਆ ਨੂੰ ਪਾਣਾ ਹੈ। ਮੂਸਲਾਧਾਰ ਬਰਸਾਤ ਹੋ ਰਹੀ ਹੋਵੇ ਤੇ ਜੇ ਕੋਈ ਬਾਹਰ ਆਪਣਾ ਬਰਤਨ ਪੁੱਠਾ ਮੂਧਾ ਮਾਰ ਦੇਵੇ ਤਾਂ ਫਿਰ ਉਹ ਮੂਧਾ ਹੀ ਪਿਆ ਰਹਿਣਾ ਨਾ, ਇੱਕ ਬੂੰਦ ਵੀ ਨਹੀਂ ਪੈਣੀ। ਇੱਕ ਪੰਜਾਬੀ ਦੀ ਕਹਾਵਤ ਹੈ ਨਾ ਬੜੀ ਪਿਆਰੀ, ਸਾਈਆਂ ਬਾਝੋਂ ਸੌਣ ਧਰਿਆਈਆਂ। ਸਾਈਆਂ ਬਾਝੋਂ ਸੌਣ ਧਰਿਆਈਆਂ, ਧਰਿਆਈਆਂ ਦਾ ਮਤਲਬ ਪਿਆਸੀਆਂ। ਸਾਵਣ ਦੇ ਮਹੀਨੇ ਵਿੱਚ ਬਰਸਾਤ ਹੁੰਦੀ ਹੈ, ਨਦੀਆਂ ਨਾਲਿਆਂ ਵਿੱਚ ਪਾਣੀ ਹੁੰਦਾ ਹੈ, ਛੱਪੜ ਭਰੇ ਹੁੰਦੇ ਨੇ,
ਪਰ ਜਿਨ੍ਹਾਂ ਗਾਵਾਂ ਮੱਝਾਂ ਦੇ ਸਾਈਂ ਚੰਗੇ ਨਹੀਂ, ਉਸ ਬਿਨਾਂ ਸੌਣ ਦੇ ਮਹੀਨੇ ਵਿੱਚ ਵੀ ਪਿਆਸੀਆਂ ਰਹਿ ਜਾਂਦੀਆਂ ਨੇ। ਹੁਣ ਕੋਈ ਸੰਗਲ ਖੋਲੇ ਉਹਨਾਂ ਦੇ ਛੱਪੜ ਤੱਕ ਲੈ ਕੇ ਜਾਏ ਤੇ ਪਾਣੀ ਪੀਣ ਦਾ, ਤੇ ਜੇ ਉਹਨਾਂ ਨੂੰ ਸੰਗਲ ਪਾ ਕੇ ਵਿਚਾਰੀਆਂ ਗਾਵਾਂ ਮੱਝਾਂ ਨੂੰ ਬੰਨਿਆ ਹੋਇਆ ਹੈ, ਮਾਲਕ ਹੀ ਘਰ ਵਿੱਚ ਨਹੀਂ ਹੈ, ਤੇ ਬਰਸਦਾ ਰਹੇ ਬਾਹਰ ਮੀਂਹ, ਉਹਨਾਂ ਨੂੰ ਅੰਦਰ ਥੋੜੀ ਬਰਾਂਡੇ ਦੇ ਵਿੱਚ ਬੱਝੀਆਂ ਨੂੰ, ਘਰ ਦੇ ਵਿੱਚ ਬੱਝੀਆਂ ਨੂੰ ਪਾਣੀ ਥੋੜੀ ਮਿਲ ਜਾਣਾ, ਉਹ ਤੇ ਸੌਣ ਦੇ ਵਿੱਚ ਵੀ ਪਿਆਸੀਆਂ ਰਹਿ ਜਾਣਗੀਆਂ। ਇਸੇ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹ ਤੇ ਨਹੀਂ ਚੱਲਦੇ, ਚਾਰ ਚੁਫੇਰੇ ਸ਼ੁਭ ਗੁਣ ਬਰਸ ਰਹੇ ਨੇ, ਸੁਖ ਬਰਸ ਰਹੇ ਨੇ, ਲੇਕਿਨ ਉਹ ਦੁਖੀ ਨੇ। ਔਰ ਹਕੀਕਤ ਹੈ, ਇਹਨੂੰ ਜੇ ਅਸੀਂ ਧਰਮੇ ਨਾਲ ਵਿਚਾਰੀਏ, ਸਚਾਈ ਇਮਾਨਦਾਰੀ ਦੇ ਨਾਲ, ਤਾਂ ਰੋਜ਼ ਅਸੀਂ, ਮੈਂ ਬੇਨਤੀ ਕਰ ਰਿਹਾ ਕਿ ਸਾਡੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸਚਾਈ, ਦਇਆ, ਪ੍ਰੇਮ ਹਰ ਇਨਸਾਨ ਦੇ ਵਿੱਚ ਨੇ, ਇਸਤਰੀ ਪੁਰਸ਼ਾਂ ਵਿੱਚ ਨੇ, ਜਵਾਨ ਬਜ਼ੁਰਗਾਂ ਵਿੱਚ ਨੇ, ਹਿੰਦੂ ਮੁਸਲਮਾਨ ਸਿੱਖ ਈਸਾਈਆਂ ਵਿੱਚ ਨੇ, ਹਰ ਇੱਕ ਦੇ ਅੰਦਰ ਇਹ ਸ਼ੁਭ ਗੁਣ ਮੌਜੂਦ ਨੇ। ਲੇਕਿਨ ਇਹਨਾਂ ਦੀ ਕੋਈ ਵਰਤੋਂ ਕਰੇ ਤਾਂ ਹੈ ਨਾ, ਤਾਂ ਹੀ ਹੈ। ਜੇ ਕੋਈ ਵਰਤੋਂ ਕਰੇ ਹੀ ਨਾ ਤਾਂ ਫਿਰ ਤੇ ਪਿਆਸਾ ਹੀ ਰਹੇਗਾ ਨਾ, ਸੌਣ ਦੇ ਵਿੱਚ ਪਿਆਸੀ ਵਾਲੀ ਗੱਲ ਬਣ ਗਈ ਨਾ। ਇਸ ਲਈ ਜਿਸ ਨਦਰ ਕਰੇ ਤਿਸ ਮੇਲ ਲੈ, ਸਾਈ ਸੁਹਾਗਨ ਨਾਰ ਜਿਸ ਤੇ ਰਹਿਮਤ ਕਰਦਾ ਹੈ, ਭਾਵ ਜੋ ਉਹਦੀ ਰਹਿਮਤ ਦਾ ਪਾਤਰ ਬਣਦਾ ਹੈ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਉਹ ਜਿਹੜੀ ਜੀਵ ਇਸਤਰੀ ਹੈ, ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ, ਉਹਦੇ ਚੰਗੇ ਭਾਗ ਜਾਗ ਪੈਂਦੇ। ਗੁਰ ਸੇਵਾ ਤੇ ਹਰ ਪਾਈ ਹੈ, ਜਾ ਕੋ ਨਦਰ ਕਰੇ। ਗੁਰੂ ਜੀ ਬਚਨ ਕਰਦੇ ਨੇ, ਜਿਸ ਤੇ ਮਿਹਰ ਦੀ, ਉਹ ਸਤਿਗੁਰੂ ਦੀ ਦੱਸੀ ਕਾਰ ਕਰਕੇ ਪ੍ਰਭੂ ਨੂੰ ਮਿਲ ਪੈਂਦਾ ਹੈ। ਦੇਖੋ ਇੱਥੇ ਗੱਲ ਸਪਸ਼ਟ ਹੋ ਰਹੀ ਹੈ ਕਿ ਰੱਬ ਦੀ ਨਜ਼ਰ ਕੀ ਹੈ, ਜਾ ਕੋ ਨਦਰ ਕਰੇ, ਜਿਹਦੇ ਤੇ ਮਿਹਰ ਕਰਦਾ ਹੈ, ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਮਿਹਰ ਦੀ ਹੈ ਕਿ ਗੁਰ ਸੇਵਾ ਤੇ ਹਰ ਪਾਈ ਹੈ, ਉਹ ਗੁਰੂ ਦੀ ਸੇਵਾ ਕਰਕੇ ਰੱਬ ਨੂੰ ਪਾ ਲੈਂਦਾ ਹੈ। ਇਹਦਾ ਮਤਲਬ ਰੱਬ ਦੀ ਰਹਿਮਤ ਕੀ ਹੋਈ? ਗੁਰੂ ਦੇ ਦੱਸੇ ਰਾਹ ਤੇ ਤੁਰਨਾ, ਇਹ ਰੱਬ ਦੀ ਰਹਿਮਤ, ਇਹ ਨਿਸ਼ਾਨੀ ਹੈ। ਤਾਂ ਜੇ ਅਸੀਂ ਗੁਰੂ ਦੀ ਦੱਸੀ ਕਾਰ ਕਰ ਰਹੇ ਹਾਂ, ਤਾਂ ਇਹਦਾ ਮਤਲਬ ਅਸੀਂ ਰੱਬ ਦੀ ਰਹਿਮਤ ਦੇ ਪਾਤਰ ਬਣ ਗਏ ਹਾਂ। ਤੇ ਜੇ ਅਸੀਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੇ, ਤਾਂ ਅਸੀਂ ਰੱਬ ਦੀ ਰਹਿਮਤ ਨੂੰ ਇਨਕਾਰ ਕਰ ਦਿੱਤਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਤੇ ਰਹਿਮਤ ਕਰਦਾ ਹੈ, ਜੋ ਰਹਿਮਤ ਦਾ ਪਾਤਰ ਬਣਦਾ ਹੈ, ਉਹ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਉਸ ਪ੍ਰਭੂ ਦੇ ਗੁਣਾਂ ਨੂੰ ਹਾਸਲ ਕਰ ਲੈਂਦਾ ਹੈ, ਪ੍ਰਭੂ ਨੂੰ ਪਾ ਦਿੰਦਾ ਹੈ। ਤੇ ਉਹਨਾਂ ਦੀ ਨਿਸ਼ਾਨੀ ਕੀ ਹੈ? ਮਾਨਸ ਤੇ ਦੇਵਤੇ ਪੈ ਧਿਆਇਆ ਨਾਮ ਹਰੇ। ਨਾਮ ਦਾ ਮਤਲਬ ਹੁਕਮ, ਧਿਆਇਆ ਦਾ ਮਤਲਬ ਧਿਆਨ ਧਰਿਆ, ਹਰੇ ਦਾ ਮਤਲਬ ਹਰੀ ਦਾ। ਜਿਨ੍ਹਾਂ ਨੇ ਰੱਬੀ ਹੁਕਮ ਦੀ ਪਾਲਣਾ ਕੀਤੀ, ਰੱਬੀ ਰਜਾ ਵਿੱਚ ਜੋ ਤੁਰੇ, ਜਿਨ੍ਹਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ, ਨੂੰ ਰੱਖਿਆ, ਉਹ ਲੋਕ ਮਨੁੱਖ ਤੋਂ ਦੇਵਤੇ ਬਣ ਗਏ। ਦੇਵਤੇ ਦਾ ਮਤਲਬ ਇੱਥੇ ਇਹ ਨਹੀਂ ਕਿ ਇੰਦਰ ਦੇਵਤਾ ਬਣ ਗਿਆ। ਦੇਵਤਿਆਂ ਦੀ ਇੱਥੇ ਕੋਈ ਵੈਲਿਊ ਨਹੀਂ ਹੈ, ਔਰ ਨਾ ਹੀ ਗੁਰੂ ਸਾਹਿਬ ਸਾਨੂੰ ਦੇਵਤਿਆਂ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੰਦੇ ਨੇ, ਔਰ ਨਾ ਹੀ ਅਸੀਂ ਦੇਵਤਿਆਂ ਨੂੰ ਬਹੁਤ ਚੰਗਾ ਕਹਿ ਸਕਦੇ ਹਾਂ। ਔਰ ਉਹ ਸਾਡੇ ਸਾਹਮਣੇ ਮਿਸਾਲਾਂ ਨੇ, ਜਿਵੇਂ ਇੰਦਰ ਦੇਵਤਾ ਹੈ, ਲੋਕ ਇੰਦਰ ਦੇਵਤੇ ਦੀ ਪੂਜਾ ਕਰਦੇ ਨੇ ਨਾ, ਇਹ ਅਸੀਂ ਕਹਿੰਦੇ ਆ ਵੀ ਸਤਜੁਗ ਜਿਹੜਾ ਸੀ ਬੜਾ ਚੰਗਾ ਸੀ। ਪਰ ਗੁਰੂ ਸਾਹਿਬ ਜੀ ਪਾਵਨ ਬਾਣੀ ਵਿੱਚ ਦੱਸ ਰਹੇ ਨੇ ਕਿ ਪਿਆਰਿਓ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਇੰਦਰ ਦੇਵਤਾ ਹੈ, ਤੇ ਦੂਜੇ ਪਾਸੇ ਆਪ ਹੀ ਤੁਸੀਂ ਕਹਾਣੀਆਂ ਜੋੜੀਆਂ ਨੇ ਕਿ ਉਹ ਗੌਤਮ ਦੀ ਜ਼ਨਾਨੀ ਦੇ ਨਾਲ ਉਸਨੇ ਜ਼ਬਰ ਜਨਾਹ ਕੀਤਾ ਸੀ। ਪਾਵਨ ਬਾਣੀ ਵਿੱਚ ਵੀ ਬਚਨ ਹੁੰਦਾ ਨਾ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿ ਸਰੀਰ ਚਹਿਨ ਪਗ ਹੋਏ ਤਾਮਨ ਪਛੁਤਾਇਆ। ਤੇ ਬਗਾਨੀ ਔਰਤ ਦੇ ਨਾਲ ਹੇਰਾ ਫੇਰੀ ਕਰਕੇ ਮਾੜਾ ਕਰਮ ਕਰਨਾ, ਕਿ ਉਹਨੂੰ ਦੇਵਤਾ ਕਵਾਂਗੇ ਐਵੇਂ, ਤੇ ਫਿਰ ਸਾਰੀ ਦੁਨੀਆ ਵਿੱਚ ਅੱਜ ਕੱਲ ਦੇਵਤੇ ਤੁਰੇ ਫਿਰਦੇ ਨੇ। ਇਹੋ ਜਿਹੇ ਦੇਵਤੇ ਤੇ ਵਾਧੂ ਨੇ, ਜਿਹੜਾ ਮਰਜ਼ੀ ਬਣ ਜਾਏਗਾ। ਬ੍ਰਹਮਾ ਨੂੰ ਦੇਵਤਾ, ਤੇ ਜਿਹੜਾ ਬ੍ਰਹਮਾ ਨੂੰ ਦੇਵਤਾ ਕਹਿ ਰਿਹਾ ਹੈ ਬ੍ਰਾਹਮਣ, ਆਪ ਹੀ ਉਹਨੇ ਕਹਾਣੀ ਵੀ ਜੋੜੀ ਹੋਈ ਹੈ, ਅਸੀਂ ਨਹੀਂ ਜੋੜੀ, ਆਪ ਹੀ ਜੋੜੀ ਹੈ। ਆਪਣੇ ਸ਼ਾਸਤਰਾਂ ਵਿੱਚ ਲਿਖੀ ਹੈ ਕਿ ਬ੍ਰਹਮਾ ਆਪਣੀ ਪੁੱਤਰੀ ਸਰਸਵਤੀ ਤੇ ਹੀ ਆਪਣਾ ਮਨ ਮੈਲਾ ਕਰ ਬੈਠਾ ਸੀ। ਸਰਸਵਤੀ ਬੜੀ ਸੋਹਣੀ ਸੀ, ਬ੍ਰਹਮਾ ਦਾ ਵੇਖ ਕੇ ਮਨ ਮੈਲਾ ਹੋਇਆ, ਤੇ ਸਰਸਵਤੀ ਸਮਝ ਗਈ ਕਿ ਪਿਤਾ ਦਾ ਮਨ ਮੈਲਾ, ਉਹ ਸੱਜੇ ਪਾਸੇ ਹੋ ਗਈ। ਤੇ ਕਹਾਣੀਕਾਰ ਲਿਖਦਾ ਵੀ ਉਹਨੇ ਸੱਜੇ ਪਾਸੇ ਆਪਣਾ ਸਿਰ ਪੈਦਾ ਕਰ ਲਿਆ, ਉਹ ਪਿੱਛੇ ਚਲੀ ਗਈ, ਉਹਨੇ ਪਿੱਛੇ ਵੀ ਇੱਕ ਸਿਰ ਲਾ ਲਿਆ। ਇਹ ਨਹੀਂ ਘੁੰਮਿਆ, ਨਹੀਂ ਸਿਰ ਹੀ ਵਧਾਉਂਦਾ ਗਿਆ, ਖੱਬੇ ਪਾਸੇ ਆ ਗਈ ਤੇ ਖੱਬੇ ਪਾਸੇ ਉਹਨੇ ਇੱਕ ਸਿਰ ਉਹਨੇ ਸਿਰ ਲਾ ਲਿਆ, ਚਾਰ। ਉਹ ਆਕਾਸ਼ ਵਿੱਚ ਉੱਡੀ, ਉਹਨੇ ਪੰਜਵਾਂ ਸਿਰ ਉੱਤੇ ਲਾ ਲਿਆ। ਉਹਨੇ ਸ਼ਿਵ ਅੱਗੇ ਪੁਕਾਰ ਕੀਤੀ, ਸ਼ਿਵ ਨੇ ਪ੍ਰਗਟ ਹੋ ਕੇ ਸੱਜੇ ਹੱਥ ਦੀ ਤਲੀ ਮਾਰ ਉਹਦਾ ਪੰਜਵਾਂ ਸਿਰ ਵੱਢਿਆ, ਤੇ ਉਹ ਸਿਰ ਉਹਦੇ ਹੱਥ ਦੇ ਨਾਲ ਚੰਬੜ ਗਿਆ। ਫਿਰ ਆਕਾਸ਼ਵਾਣੀ ਹੋਈ ਵੀ ਤੀਰਥਾਂ ਤੇ ਨਹਾਏਗਾ ਤਾਂ ਇਹ ਸਰੀ ਲੱਥੇਗੀ ਬ੍ਰਹਮ ਹੱਤਿਆ।
ਤੇ ਫਿਰਦਾ ਫਿਰਦਾ ਫਿਰ ਕਪਾਲ ਮੋਚਨਾ ਜਮਨਾ ਨਗਰ ਦੇ ਕੋਲ ਜਗਾਦਰੀ ਕੋਲ ਜਿਹੜਾ ਤੀਰਥ ਹੈ ਉੱਥੇ ਜਾ ਕੇ ਉਹ ਕਪਾਲੀ ਕਹਿੰਦੇ ਨੇ ਲੱਥੀ। ਇਹ ਕਹਾਣੀ ਜੋੜੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਅਨਿਕ ਪਾਤਿਕ ਹਰਤਾ ਤ੍ਰਿਪੁਰ ਨਾਥ ਰੇ ਤੀਰਥ ਤੀਰਥ ਭ੍ਰਮਤਾ ਲਹਿ ਨ ਪਾਰ ਰੇ ਕਰਮ ਕਰ ਕਪਾਲ ਮੁਫਿਟਸ ਰੀ। ਇੱਥੇ ਉਹਨਾਂ ਦੇਵਤਿਆਂ ਦੀ ਗੱਲ ਨਹੀਂ ਹੈ। ਇੱਥੇ ਦੇਵਤੇ ਦਾ ਮਤਲਬ ਹੈ ਦੇਵ ਸਰੂਪ ਸ਼ੁਭ ਗੁਣਾਂ ਦੇ ਨਾਲ ਜਿਹੜੇ ਚੰਗੇ ਮਨੁੱਖ ਨੇ, ਦੇਵੀ ਪਰਿਪੂਰਨ ਹੋ ਜਾਣਾ। ਆਮ ਬੰਦਾ ਇੱਕ ਤਾਂ ਆਮ ਬੰਦਾ ਹੈ, ਦੂਜਾ ਹੈ ਕਿ ਉਹਦੇ ਅੰਦਰ ਦੇਵੀ ਗੁਣ ਨੇ, ਸਚਾਈ ਹੈ, ਦਇਆ ਹੈ, ਉਹਨੂੰ ਇੱਥੇ ਦੇਵਤਾ ਕਹਿੰਦੇ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਧਿਆਇਆ ਨਾਮ ਹਰੇ ਜਿਨ੍ਹਾਂ ਨੇ ਰੱਬੀ ਹੁਕਮ ਦਾ ਧਿਆਨ ਧਰਿਆ, ਰੱਬੀ ਹੁਕਮ ਵਿੱਚ ਧਿਆਨ ਰੱਖਿਆ, ਜਿਨ੍ਹਾਂ ਨੇ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਵੀ, ਉਹ ਆਮ ਮਨੁੱਖ ਤੋਂ ਦੇਵੀ ਗੁਣਾਂ ਵਾਲੇ ਮਨੁੱਖ ਬਣ ਗਏ। ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ, ਉਹ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਵਿਕਾਰਾਂ ਤੋਂ ਬਚ ਨਿਕਲੇ ਔਰ ਉਹਨਾਂ ਦੀ ਹਉਮੈ ਮਰ ਗਈ। ਜਿਨ੍ਹਾਂ ਦੀ ਹਉਮੈ ਦੂਰ ਕਰਕੇ ਹਉਮੈ ਮਾਰ ਮਿਲਾਇਨ, ਜਿਨ੍ਹਾਂ ਦੀ ਹਉਮੈ ਦੂਰ ਕਰਕੇ, ਮਿਲਾਇਨ ਦਾ ਮਤਲਬ ਆਪਣੇ ਨਾਲ ਮਿਲਾਇਆ ਹੈ। ਗੁਰ ਕੈ ਸ਼ਬਦ ਤਰੇ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਗੁਰੂ ਦੇ ਸ਼ਬਦ ਰਾਹੀਂ ਵਿਕਾਰਾਂ ਤੋਂ ਬਚੇ ਨੇ। ਸ਼ਬਦ ਦਾ ਮਤਲਬ ਉਪਦੇਸ਼, ਸ਼ਬਦ ਦਾ ਮਤਲਬ ਫਿਲਾਸਫੀ, ਵਿਚਾਰਧਾਰਾ, ਗਿਆਨ। ਉਹ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀ ਕੇ ਵਿਕਾਰਾਂ ਤੋਂ ਬਚੇ ਨੇ ਔਰ ਉਹਨਾਂ ਦੀ ਹਉਮੈ ਨੂੰ ਖਤਮ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ। ਨਾਨਕ ਸਹਿਜ ਸਮਾਇਨ, ਹਰ ਆਪਣੀ ਕਿਰਪਾ ਕਰੇ। ਇਹਨੂੰ ਆਪਣੀ ਨਹੀਂ ਪੜਨਾ, ਐੜੇ ਨਾਲ ਕੰਨਾ ਲਾ ਕੇ ਆਪਣੀ। ਨਾਨਕ ਸਹਿਜ ਸਮਾਇਨ, ਸਹਿਜ ਦਾ ਮਤਲਬ ਸਹਿਜ ਵਿੱਚ, ਆਤਮਕ ਅਡੋਲਤਾ ਵਿੱਚ। ਤੇ ਆਤਮਕ ਅਡੋਲਤਾ ਜਾਂ ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਇਹ ਗੱਲਾਂ ਨਾ ਪੱਕੀਆਂ ਕਰ ਲਓ। ਜਿਵੇਂ ਸਹਿਜ ਹੈ ਤਾਂ ਇਹਨੂੰ ਪੱਕੇ ਤੌਰ ਤੇ ਸਮਝ ਲਓ। ਸਹਿਜ ਦਾ ਮਤਲਬ ਸਮਾਧੀ ਲਾ ਕੇ ਡੋਨੂ ਵੱਟਾ ਬਣ ਕੇ ਬਹਿ ਜਾਣਾ ਨਹੀਂ ਹੈ। ਸਹਿਜ ਦਾ ਮੀਨਿੰਗ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਸੋਚ ਵਿੱਚ ਵੀ ਸੱਚ, ਬਚਨਾਂ ਵਿੱਚ ਵੀ ਸੱਚ ਔਰ ਵਿਹਾਰ ਦੇ ਅੰਦਰ ਵੀ ਸੱਚ ਹੋਵੇ। ਯਾਨੀ ਅੰਦਰੋਂ ਬਾਹਰੋਂ ਜੋ ਸੱਚ ਦੇ ਨਾਲ ਜੁੜਿਆ ਹੈ, ਭਾਵਨਾ ਜਿਨ੍ਹਾਂ ਦੀ ਸੱਚੀ ਹੈ, ਉਹਨੂੰ ਕਹਿੰਦੇ ਨੇ ਸਹਿਜ ਵਿੱਚ ਸਮਾ ਜਾਣਾ। ਜਿਨ੍ਹਾਂ ਤੇ ਪ੍ਰਭੂ ਆਪਣੀ ਕਿਰਪਾ ਕਰਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਸਮਾ ਜਾਂਦੇ ਨੇ। ਉਹ ਮਨ, ਬਚਨ, ਕਰਮ ਕਰਕੇ ਇੱਕ ਹੋ ਜਾਂਦੇ ਨੇ। ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਨ, ਪ੍ਰਭੂ ਨੇ ਭਗਤ ਜਨਾਂ ਤੋਂ ਆਪਣੀ ਭਗਤੀ ਕਰਾਈ ਹੈ ਤੇ ਭਗਤੀ ਦੀ ਬਰਕਤ ਨਾਲ ਉਹਨਾਂ ਨੂੰ ਆਪਣੀ ਵਡਿਆਈ ਵਿਖਾਲੀ ਹੈ, ਮਾਣ ਦਿਵਾਇਆ ਹੈ। ਕਿਵੇਂ? ਭਗਤੀ ਕਰਾ ਕੇ। ਹੁਣ ਜਿਹਨੂੰ ਮਾਣ ਵਡਿਆਈ ਮਿਲੀ ਹੈ ਉਹਨੂੰ ਭਗਤੀ ਕਰਕੇ ਮਿਲੀ ਹੈ। ਤੇ ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ। ਇਹ ਗੱਲਾਂ ਪੱਕੀਆਂ ਸਮਝ ਲਓ। ਮਾਲਾ ਫੇਰਨੀ, ਸਮਲਾਣੀ, ਜੰਗਲਾਂ ਵਿੱਚ ਜਾਣਾ, ਘਰ ਦਾ ਤਿਆਗ ਕਰਨਾ, ਇਹ ਭਗਤੀ ਨਹੀਂ ਹੈ। ਭਗਤੀ ਕੀ ਹੈ? ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੇ ਭਗਤ ਕੌਣ ਨੇ? ਇਹ ਸ਼ਲੋਕ ਬਾਬਾ ਫਰੀਦ ਜੀ ਦਾ ਪੱਕੇ ਤੌਰ ਤੇ ਯਾਦ ਕਰ ਲਓ ਕਿ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਪੱਕੇ ਤੌਰ ਤੇ ਯਾਦ ਕਰ ਲਓ ਇਹਨਾਂ ਚੀਜ਼ਾਂ ਨੂੰ ਔਰ ਇਹਨਾਂ ਤੇ ਅਮਲ ਕਰੋ। ਹਰ ਆਪਣੀ ਭਗਤ ਕਰਾਏ ਯਾਨੀ ਆਪਣੀ ਰਜ਼ਾ ਦੇ ਅੰਦਰ ਤੋਰ ਕੇ ਵਡਿਆਈ ਵਿਖਾਲੀਨ, ਪ੍ਰਭੂ ਨੇ ਵਡਿਆਈ ਵਿਖਾਈ ਹੈ, ਭਾਵ ਮਾਣ ਦਿੱਤਾ ਹੈ। ਯਾਨੀ ਜਿਨ੍ਹਾਂ ਨੂੰ ਮਾਣ, ਆਦਰ, ਸਤਿਕਾਰ ਮਿਲਿਆ ਹੈ ਉਹਨਾਂ ਨੂੰ ਗੁਣ ਗਾ ਕੇ ਮਿਲਿਆ ਹੈ। ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵ ਕਾਲਿਆਨ। ਕਰੇ ਦਾ ਮਤਲਬ ਪੈਦਾ ਕਰਦਾ ਹੈ। ਪ੍ਰਭੂ ਦੇ ਭਗਤਾਂ ਵਿੱਚ ਆਪਣਾ ਭਰੋਸਾ ਆਪ ਹੀ ਪੈਦਾ ਕਰਦਾ ਹੈ। ਆਪੇ ਸੇਵ ਕਾਲੀਨ, ਤੇ ਆਪ ਹੀ ਉਹਨਾਂ ਤੋਂ ਆਪਣੀ ਸੇਵਾ ਉਹਨੇ ਕਰਾਈ ਹੈ। ਭਾਵ ਹੁਣ ਆਪ ਹੀ ਕਰਾਉਣ ਦਾ ਮਤਲਬ ਹੈ ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ ਰੱਬ ਆਣ ਕੇ ਹੱਥ ਫੜ ਫੜ ਕੇ ਨਹੀਂ ਸੇਵਾ ਵਿੱਚ ਲਾ ਰਿਹਾ ਵੀ ਤੂੰ ਸੇਵਾ ਵਿੱਚ ਲੱਗ, ਤੂੰ ਸੇਵਾ ਵਿੱਚ ਨਾ ਲੱਗ। ਹੁਕਮ ਹੈ, ਸਿਸਟਮ ਹੈ। ਸਿਸਟਮ ਦੇ ਅੰਦਰ ਹੀ ਪ੍ਰਤੀਤ ਪੈਦਾ ਹੁੰਦੀ ਹੈ ਤੇ ਹੁਕਮ ਦੇ ਅੰਦਰ ਤੁਰਨ ਵਾਲਾ ਇਨਸਾਨ ਇਸ ਦੁਨੀਆ ਦੇ ਅੰਦਰ ਸੇਵਾ ਕਰਦਾ ਹੈ, ਭਾਵ ਦੂਜਿਆਂ ਦਾ ਸਹਿਯੋਗ ਕਰਦਾ ਹੈ। ਤਾਂ ਆਪਣੇ ਪਿਆਰਿਆਂ ਨੂੰ ਆਪ ਹੀ ਰਜ਼ਾ ਦੇ ਅੰਦਰ ਰੱਖ ਕੇ ਆਪਣੀ ਪ੍ਰਤੀਤ ਪੈਦਾ ਕੀਤੀ ਹੈ ਔਰ ਆਪ ਹੀ ਉਹਨਾਂ ਤੋਂ ਇਹ ਸੇਵਾ ਕਰਾਈ ਹੈ। ਹਰ ਭਗਤਾਂ ਨੂੰ ਦੇ ਆਨੰਦ ਫਿਰ ਕਰੀ ਬਹਾਲਿਆਨ। ਭਗਤਾਂ ਪੜਨਾ ਹੈ ਇਹਨੂੰ। ਤਾਂ ਗੁਰੂ ਜੀ ਕਹਿੰਦੇ ਨੇ ਭਗਤਾਂ ਨੂੰ ਆਪ ਹੀ ਆਨੰਦ ਦੀ ਦਾਤ ਦਿੱਤੀ ਹੈ।
ਕਿਉਂਕਿ ਜਿਹੜੇ ਇਨਸਾਨ ਗੁਣਾਂ ਦੇ ਨਾਲ ਜੁੜਨਗੇ ਉਹਨਾਂ ਦੇ ਜੀਵਨ ਵਿੱਚ ਆਨੰਦ ਪੈਦਾ ਹੋਏਗਾ। ਜਿਹੜਾ ਮਾਣ ਹੁੰਦਿਆਂ ਨਿਮਾਣਾ ਹੈ, ਤਾਣ ਹੁੰਦਿਆਂ ਨਿਤਾਣਾ ਹੈ, ਅਣਹੋਂਦ ਵਿੱਚ ਵੰਡ ਕੇ ਛਕ ਰਿਹਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹਦੇ ਅੰਦਰ ਹੀ ਆਨੰਦ ਪੈਦਾ ਹੋਏਗਾ ਨਾ, ਉਹਦੇ ਅੰਦਰ ਖੁਸ਼ੀ ਪੈਦਾ ਹੋਏਗੀ, ਖੇੜਾ ਪੈਦਾ ਹੋਏਗਾ, ਚੜ੍ਹਦੀ ਕਲਾ ਪੈਦਾ ਹੋਏਗੀ। ਤੇ ਜਿਹਦੇ ਅੰਦਰ ਈਰਖਾ ਦਵੇਸ਼ ਹੈ, ਜਿਹਦਾ ਮਨ ਭਟਕ ਰਿਹਾ ਹੈ, ਉੱਥੇ ਖੁਸ਼ੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਥਿਰ ਘਰੀ ਬਹਾਲੀਆਂ ਦਾ ਮਤਲਬ, ਥਿਰ ਦਾ ਮਤਲਬ ਅਡੋਲ, ਘਰੀ ਬਹਾਲੀਆਂ ਦਾ ਮਤਲਬ ਘਰ ਵਿੱਚ ਟਿਕਾ ਦਿੱਤਾ ਹੈ, ਭਾਵ ਕਿ ਉਹਨਾਂ ਦਾ ਮਨ ਸ਼ੁਭ ਗੁਣਾਂ ਦੇ ਨਾਲ ਜੁੜ ਗਿਆ ਹੈ, ਉਹਨਾਂ ਦਾ ਮਨ ਫਿਰ ਵਿਕਾਰਾਂ ਵੱਲ ਭਟਕਦਾ ਨਹੀਂ। ਇਹਨੂੰ ਕਹਿੰਦੇ ਨੇ ਥਿਰ ਘਰੀ ਬਹਾਲੀਆਂ, ਟਿਕਾਵ ਦੇ ਅੰਦਰ ਆ ਜਾਣਾ, ਸੱਚ ਦੇ ਨਾਲ ਜੁੜ ਜਾਣਾ। ਤਾਂ ਪ੍ਰਭੂ ਨੇ ਆਪ ਹੀ ਆਪਣੇ ਭਗਤਾਂ ਨੂੰ ਗੁਣਾਂ ਦੀ ਦਾਤ ਦੇ ਕੇ ਆਨੰਦ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਉਹਨਾਂ ਨੂੰ ਹਿਰਦੇ ਘਰ ਦੇ ਅੰਦਰ ਟਿਕਾ ਦਿੱਤਾ ਹੈ, ਭਾਵ ਕਿ ਉਹਨਾਂ ਲੋਕਾਂ ਦਾ ਜਿਹੜਾ ਮਨ ਹੈ ਫਿਰ ਵਿਕਾਰਾਂ ਵੱਲ ਦੌੜਨ ਤੋਂ ਰੁਕ ਜਾਂਦਾ ਹੈ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਘੂਰ ਚਾਲਿਆਂ। ਜਿਹੜੇ ਪਾਪੀ ਨੇ ਉਹਨਾਂ ਨੂੰ ਅਡੋਲ ਚਿੱਤ ਨਹੀਂ ਰਹਿਣ ਦਿੰਦਾ। ਚੁਣ ਦਾ ਮਤਲਬ ਚੁਣ ਕੇ, ਨਰਕ ਘੂਰ ਚਾਲਿਆਂ ਦਾ ਮਤਲਬ ਘੂਰ ਨਰਕ ਦੇ ਅੰਦਰ ਪਾ ਦਿੱਤਾ ਹੈ। ਹੁਣ ਇਹ ਸਿਸਟਮ ਹੈ, ਜਿਹੜੇ ਪਾਪੀ ਨੇ, ਜਿਨ੍ਹਾਂ ਦੇ ਮਨ ਅੰਦਰ ਪਾਪ ਵਿਕਾਰ ਨੇ, ਉਹ ਥਿਰ ਨਹੀਂ ਉਹਨਾਂ ਦਾ ਮਨ, ਉਹਨਾਂ ਦਾ ਮਨ ਟਿਕਾਵ ਵਿੱਚ ਨਹੀਂ ਹੈ। ਉਹਨਾਂ ਦੇ ਮਨ ਦੇ ਅੰਦਰ ਤਾਂ ਤੂਫਾਨ ਉੱਠ ਰਹੇ ਨੇ ਵਿਚਾਰਾਂ ਦੇ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਲੋਭ, ਕਿਤੇ ਮੋਹ। ਕਿਤੇ ਐਸੇ ਲੋਕਾਂ ਨੂੰ, ਪਾਪੀ ਬੰਦੇ ਨੂੰ ਨੀਂਦ ਆਉਂਦੀ ਹੈ, ਰਾਤਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਨੇ, ਬੇਚੈਨ ਰਹਿੰਦਾ ਹੈ ਪਾਪ ਕਮਾਉਣ ਵਾਸਤੇ, ਉਹਨਾਂ ਦਾ ਮਨ ਕਦੇ ਟਿਕਾਵ ਵਿੱਚ ਨਹੀਂ ਹੁੰਦਾ। ਚੁਣ ਨਰਕ ਘੂਰ ਚਾਲਿਆਂ, ਚੁਣ ਦਾ ਮਤਲਬ ਚੁਣ ਕੇ ਉਹਨਾਂ ਨੂੰ ਘੂਰ ਨਰਕ ਦੇ ਅੰਦਰ ਪਾ ਦਿੱਤਾ ਹੈ। ਚਾਲਿਆਂ ਦਾ ਮਤਲਬ ਪਾ ਦਿੱਤਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਨਰਕ ਵਿੱਚ ਪਾਇਆ ਹੈ, ਐਸੇ ਜ਼ਿੰਦਗੀ ਵਿੱਚ ਹੀ। ਤੇ ਉਹ ਨਰਕ ਕੀ, ਪਾਪ ਕਮਾਣਾ ਆਪਣੇ ਆਪ ਦੇ ਵਿੱਚ ਹੀ ਇੱਕ ਨਰਕ ਹੈ। ਈਰਖਾ ਦਵੇਸ਼ ਵੈਰ ਵਿਰੋਧ ਵਾਲੀ ਜ਼ਿੰਦਗੀ ਜੀਣੀ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਨਰਕ ਹੈ। ਪਾਪ ਔਰ ਵਿਕਾਰ, ਇਹਨਾਂ ਨੂੰ ਹੀ ਗੁਰੂ ਜੀ ਨਰਕ ਕਹਿ ਰਹੇ ਨੇ। ਦੁੱਖ ਨਰਕ ਹੈ, ਉਹਨਾਂ ਦੀ ਜ਼ਿੰਦਗੀ ਦੁਖਦਾਈ ਬਣ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਵਿਕਾਰਾਂ ਵਾਲੀ ਬਣ ਜਾਂਦੀ ਹੈ। ਵਿਕਾਰਾਂ ਵਾਲੀ ਜ਼ਿੰਦਗੀ ਜੀਣਾ ਹੀ ਨਰਕ ਹੈ ਔਰ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਣਾ ਹੀ ਸਵਰਗ ਹੈ। ਸੁਖ ਸਵਰਗ ਹੈ, ਦੁੱਖ ਨਰਕ ਹੈ, ਔਰ ਸੁਖ ਜਿਹੜਾ ਹੈ ਸ਼ੁਭ ਗੁਣਾਂ ਰਾਹੀਂ ਪੈਦਾ ਹੁੰਦਾ ਹੈ, ਦੁੱਖ ਜਿਹੜਾ ਹੈ ਪਾਪਾਂ ਵਿਕਾਰਾਂ ਰਾਹੀਂ ਪੈਦਾ ਹੁੰਦਾ ਹੈ। ਇਸ ਲਈ ਪਾਪਾਂ ਵਿਕਾਰਾਂ ਵਾਲੀ ਜ਼ਿੰਦਗੀ ਨੂੰ ਹੀ ਗੁਰੂ ਜੀ ਨਰਕ ਕਹਿ ਰਹੇ ਨੇ। ਤਾਂ ਉਸ ਨਰਕ ਦੇ ਅੰਦਰ ਪਾ ਦਿੱਤੇ ਜਾਂਦੇ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਮ। ਭਗਤ ਜਨਾਂ ਨੂੰ ਪ੍ਰਭੂ ਪਿਆਰ ਦੀ ਦਾਤ ਬਖਸ਼ਿਸ਼ ਕਰਦਾ ਹੈ। ਤੇ ਅੰਗ ਦਾ ਮਤਲਬ ਪੱਕ ਕਰਨਾ, ਯਾਨੀ ਉਹਨਾਂ ਦੀ ਰੱਖਿਆ ਕਰਨੀ, ਉਹਨਾਂ ਦੀ ਰੱਖਿਆ ਕਰਕੇ ਪਾਪਾਂ ਵਿਕਾਰਾਂ ਤੋਂ ਬਚਾ ਲੈਂਦਾ ਹੈ। ਭਗਤਾਂ ਨੂੰ ਪਿਆਰ ਦਿੰਦਾ ਹੈ ਔਰ ਉਹਨਾਂ ਦੀ ਰੱਖਿਆ ਕਰਕੇ ਉਹਨਾਂ ਨੂੰ ਬਚਾ ਲੈਂਦਾ ਹੈ। ਹੁਣ ਰੱਖਿਆ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹ ਆਣ ਕੇ ਜਿਹੜਾ ਹੈ ਸਾਨੂੰ ਚੋਰੀ ਤੁਸੀਂ ਕਰੋ ਤੇ ਤੁਹਾਨੂੰ ਚੋਰੀ ਵੀ ਨਾਲ ਜਾ ਕੇ ਕਰਾ ਲਿਆਵੇ ਤੇ ਫਸਣ ਵੀ ਨਾ ਦੇਵੇ, ਐਵੇਂ ਦੀ ਰੱਖਿਆ ਨਹੀਂ ਹੈ। ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ, ਜੋ ਪ੍ਰਭੂ ਦੇ ਪਿਆਰ ਦਾ ਪਾਤਰ ਬਣਦੇ ਨੇ, ਉਹਨਾਂ ਨੂੰ ਤਾਰਦਾ ਕਿਵੇਂ ਹੈ, ਬਚਾਉਂਦਾ ਕਿਵੇਂ ਹੈ? ਜਦੋਂ ਅਸੀਂ ਝੂਠ ਬੋਲਣ ਲੱਗਦੇ ਆ ਨਾ, ਤਾਂ ਰੱਬ ਸਾਡੇ ਅੰਦਰੋਂ ਆਵਾਜ਼ ਦਿੰਦਾ ਹੈ, ਸਾਡੇ ਅੰਦਰੋਂ ਆਵਾਜ਼ ਪੈਦਾ ਹੁੰਦੀ ਹੈ ਕਿ ਕੂੜ ਬੋਲ ਮੁਰਦਾਰ ਖਾਏ। ਐਵੇਂ ਸਾਨੂੰ ਝੂਠ ਬੋਲਣ ਤੋਂ ਬਚਾ ਲੈਂਦਾ ਹੈ। ਜਦੋਂ ਅਸੀਂ ਮਾੜਾ ਸੋਚਦੇ ਹਾਂ, ਈਰਖਾ ਦਵੇਸ਼ ਵਾਲੀ ਵਿਚਾਰ, ਤਾਂ ਜੋ ਬਾਣੀ ਨਾਲ ਜੁੜੇ ਨੇ, ਅੰਦਰੋਂ ਆਵਾਜ਼ ਆਉਂਦੀ ਹੈ ਕਿ ਬਾਦ ਵਿਵਾਦ ਕਾਹੂ ਸੁਨਾ ਕੀਜੈ, ਜਾਂ ਜੇ ਸੰਦਰ ਤਾਤ ਪਰਾਈ ਹੋਵੇ ਤਿਸਤਾ ਕਦੇ ਨਾ ਹੋਵੀ ਭਲਾ। ਐਸੀਆਂ ਆਵਾਜ਼ ਅੰਦਰੋਂ ਆਉਂਦੀ ਹੈ, ਭਾਵ ਕਿ ਉਹ ਫਿਰ ਉਹਨਾਂ ਨੂੰ ਵਿਕਾਰਾਂ ਤੋਂ ਜਿਹੜਾ ਹੈ ਆਪਣੇ ਪਿਆਰਿਆਂ ਨੂੰ ਬਚਾ ਲੈਂਦਾ ਹੈ, ਜੋ ਪ੍ਰਭੂ ਦੇ ਨਾਲ ਪ੍ਰੀਤ ਕਰਦੇ ਨੇ। ਇਸੇ ਨੂੰ ਬਚਾਣਾ ਕਹਿੰਦੇ। ਔਰ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਆਤਮਿਕ ਜੀਵਨ ਬਚੇ, ਸਾਡੇ ਅੰਦਰ ਇਨਸਾਨੀਅਤ ਬਚੇ, ਸਾਡੀਆਂ ਖੁਸ਼ੀਆਂ ਬਚਨ ਕਾਇਮ ਰਹਿਣ, ਤਾਂ ਫਿਰ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਰੱਬੀ ਗੁਣਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨਾ ਚਾਹੀਦਾ ਹੈ। ਇੱਥੇ ਅਸੀਂ ਸਮਾਪਤੀ ਕਰਦੇ ਹਾਂ ਅੱਜ ਦੀ। ਤੇ 21 ਪੌੜੀਆਂ ਹਨ, ਜਿਨ੍ਹਾਂ ਵਿੱਚੋਂ 19 ਪੌੜੀਆਂ ਦੀ ਅੱਜ ਵਿਚਾਰ ਹੋ ਚੁੱਕੀ ਹੈ। 2 ਪੌੜੀਆਂ ਹੋਰ ਰਹਿੰਦੀਆਂ ਨੇ, ਨਾਲ ਸ਼ਲੋਕ ਨੇ। ਕੱਲ ਜਾਂ ਪਰਸੋਂ ਅਸੀਂ ਸਮਾਪਤੀ ਕਰਾਂਗੇ। ਤੇ ਸਮਾਪਤੀ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਇਸ ਵਾਰ ਦੇ ਅੰਦਰੋਂ ਆਪ ਨੇ ਕੀ ਨਵਾਂ ਸਿੱਖਿਆ,
ਇਹਦੇ ਵਿੱਚੋਂ ਕੀ ਆਪ ਨੂੰ ਜਿਹਨੂੰ ਸਮਝ ਆਈ ਔਰ ਅਸਾਂ ਆਪਣੀ ਜ਼ਿੰਦਗੀ ਦੇ ਵਿੱਚ ਇਹਦੇ ਚੋਂ ਕੀ ਅਪਲਾਈ ਕੀਤਾ ਹੈ ਜਾਂ ਕੀ ਅਪਲਾਈ ਕਰਨ ਵਾਸਤੇ ਸੋਚਿਆ ਹੈ, ਇਹ ਵੀ ਜਿਸ ਦਿਨ ਅਸੀਂ ਸਮਾਪਤੀ ਕਰਾਂਗੇ ਉਸ ਦਿਨ ਆਪ ਜੀ ਨੂੰ ਟਾਈਮ ਦਿੱਤਾ ਜਾਏਗਾ, ਕਿਉਂਕਿ ਉਹਦੇ ਨਾਲ ਸਾਡਾ ਲਾਭ ਹੁੰਦਾ ਹੈ। ਇੱਕ ਤਾਂ ਸਾਨੂੰ ਬੋਲਣ ਦਾ ਪਤਾ ਲੱਗਦਾ ਹੈ, ਸਾਡੀ ਬੋਲ ਬਾਣੀ ਅਸੀਂ ਵਿਚਾਰ ਅੱਗੇ ਰੱਖ ਸਕਦੇ ਹਾਂ, ਸਾਡਾ ਝਾਕਾ ਖੁੱਲਦਾ ਹੈ, ਅਸੀਂ ਚੰਗੇ ਬੁਲਾਰੇ ਬਣਦੇ ਹਾਂ, ਪਹਿਲੀ ਗੱਲ। ਦੂਜੀ ਗੱਲ, ਸਾਨੂੰ ਖੋਜਣ ਦਾ ਸਮਝ ਆਉਂਦੀ ਹੈ ਕਿ ਅਸੀਂ ਕੀ ਪੜ੍ਹਿਆ ਹੈ, ਕੀ ਸੁਣਿਆ ਹੈ, ਕੀ ਵਿਚਾਰਿਆ। ਤੇ ਤੀਜੀ ਗੱਲ, ਅਸੀਂ ਇੱਕ ਆਪਣੀ ਗੋਲ ਬਣਾਉਂਦੇ ਹਾਂ ਕਿ ਅਸੀਂ ਇਸ ਪਾਵਨ ਬਾਣੀ ਦੇ ਵਿੱਚੋਂ ਕੀ ਸਿੱਖਿਆ ਹੈ ਜੋ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਨਾ ਹੈ। ਤੇ ਨਾਲ ਸਾਨੂੰ ਇਹ ਸਮਝ ਆਉਂਦੀ ਕਿ ਅਪਲਾਈ ਕਰਨ ਦੇ ਨਾਲ ਉਹਦਾ ਇਫੈਕਟ ਸਾਡੇ ਉੱਤੇ ਕੀ ਪਿਆ ਹੈ, ਸਾਡੇ ਜੀਵਨ ਦੇ ਅੰਦਰ ਕੀ ਖੁਸ਼ੀ ਪੈਦਾ ਹੋਈ ਹੈ। ਤਾਂ ਜਦੋਂ ਅਸੀਂ ਇਹ ਚੀਜ਼ਾਂ ਕਲਾਸ ਵਿੱਚ ਇੱਕ ਦੂਜੇ ਨੂੰ ਦੱਸਦੇ ਹਾਂ ਆਪਣੇ ਤਜਰਬੇ, ਤਾਂ ਉਹਦਾ ਲਾਭ ਇਹ ਹੁੰਦਾ ਹੈ ਕਿ ਦੂਜਿਆਂ ਦੇ ਅੰਦਰ ਵੀ ਉਤਸ਼ਾਹ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਔਰ ਸਾਡੇ ਆਪਣੇ ਅੰਦਰ ਵੀ ਚੰਗਾ ਕੁਝ ਕਰਨ ਦਾ ਉਤਸ਼ਾਹ ਜਾਗਦਾ ਹੈ। ਇਸ ਲਈ ਅਸੀਂ ਕੱਲ ਜਾਂ ਪਰਸੋਂ ਇਹਦੀ ਜੋ ਸਮਾਪਤੀ ਹੋਏਗੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਜਿਨ੍ਹਾਂ ਵੀਰਾਂ ਨੇ ਕੋਈ ਸਵਾਲ ਪੁੱਛਣਾ ਹੈ ਅੱਜ ਦੀ ਵਿਚਾਰ ਵਿੱਚ, ਉਹ ਅਨਮਿਊਟ ਹੋ ਜਾਣ, ਔਰ ਜਿਨ੍ਹਾਂ ਨੇ ਆਪਣੇ ਵਿਚਾਰ ਦੇਣੇ ਨੇ ਉਹ ਵੀ ਅਨਮਿਊਟ ਹੋ ਜਾਣ। ਅਗਲੀ ਕਾਰਵਾਈ ਕਲਾਸ ਦੀ ਵੀਰ ਤ੍ਰਿਲੋਚਨ ਸਿੰਘ ਜੀ ਕਰਨਗੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਸਰਵਣ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਪਿਆਰ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।